ਬਲਵਿੰਦਰ ਜੀ ਆਪਣੇ ਆਪ ਨੂੰ ਅਨਮਿਊਟ ਕਰ ਲਓ ਪਲੀਜ਼। ਹਾਂਜੀ ਤੁਹਾਡੀ ਸਕਰੀਨ ਸ਼ੇਅਰ ਹੋ ਰਹੀ ਹੈ। ਚਲੋ ਹੁਣ ਹੈਲੋ, ਆਵਾਜ਼ ਆ ਰਹੀ ਹੈ ਜੀ ਮੇਰੀ? ਹਾਂਜੀ ਹਾਂਜੀ ਆ ਰਹੀ ਜੀ। ਸਾਨੂੰ ਪਹਿਲਾਂ ਆਪਾਂ ਡੈਫੀਨੇਸ਼ਨ ਕਰਦੇ ਹਾਂ ਆਪਰੇਟਰ ਦੀ। ਆਪਰੇਟਰਸ ਕੀ ਹੁੰਦੇ ਹੈਗੇ ਆ, ਜਿਵੇਂ ਤੁਸੀਂ ਮੈਥ ਦੇ ਵਿੱਚ ਤੁਸੀਂ ਸਵਾਲ ਪਹਿਲਾਂ ਕਰਦੇ ਹੁੰਦੇ ਸੀਗੇ, ਪਲੱਸ ਮਾਈਨਸ, ਘਟਾਓ, ਜੋੜ, ਭਾਗ ਦੇ ਜਿਹੜੇ ਕਰਦੇ ਹੁੰਦੇ ਸੀ, ਉਹਨਾਂ 'ਚ ਜਿਹੜੇ ਚਿੰਨ੍ਹ ਵਰਤੇ ਜਾਂਦੇ ਹੁੰਦੇ ਸੀਗੇ ਐਗਜ਼ਾਮਪਲ ਦੇ ਤੌਰ ਤੇ ਆਪਰੇਟਰਸ, ਉਹ ਅੱਜ ਆਪਾਂ ਇਹਦੇ 'ਚ ਡਿਸਕਸ ਕਰਾਂਗੇ। ਆਪਰੇਟਰਸ ਦੀ ਪਰਿਭਾਸ਼ਾ ਵੈਸੇ ਆਪਰੇਟਰਸ ਆ ਸਪੈਸ਼ਲ ਸਿੰਬਲ ਹੁੰਦੇ ਹੈਗੇ ਆ ਜਿਹੜੇ ਯੂਜ਼ ਕੀਤੇ ਜਾਂਦੇ ਹੈਗੇ ਆ ਟਾਈਪ ਆਫ ਆਪਰੇਸ਼ਨ ਕੰਮ ਕਰਨ ਵਾਸਤੇ, ਆਪਰੇਸ਼ਨ ਕਰਨ ਵਾਸਤੇ ਵਰਤੇ ਜਾਂਦੇ ਹੈਗੇ ਆ। ਆਪਰੇਸ਼ਨ ਨੂੰ ਅਸੀਂ ਪਰਫਾਰਮ ਕੁਝ ਸਪੈਸ਼ਲ ਰੂਲਸ ਹੁੰਦੇ ਹੈਗੇ ਆ ਜਿਹੜੇ ਅਸੀਂ ਇਹਨਾਂ ਦੇ ਕੰਪਿਊਟਰ ਦੇ ਵਿੱਚ ਆਪਰੇਸ਼ਨ ਕਰਨ ਵਾਸਤੇ ਸਾਨੂੰ ਆਸਾਨ ਬਣਾਉਂਦੇ ਹੈਗੇ ਆ। ਆਪਰੇਟਰ ਜਿਹੜੇ ਹੁੰਦੇ ਹੈਗੇ ਆ ਉਹ ਸਪੈਸ਼ਲ ਰੂਲਸ ਹੁੰਦੇ ਹੈਗੇ ਆ ਜਿਹੜੇ ਕੰਪਿਊਟਰ ਕੇ ਆਪਰੇਸ਼ਨ ਕੰਮ ਕਰਨ ਨੂੰ ਸਾਨੂੰ ਆਸਾਨ ਬਣਾਇਆ ਜਾ ਸਕਦਾ ਹੈਗਾ। ਟਾਈਪ ਆਫ ਆਪਰੇਟਰਸ ਕਿਹੜੇ ਹੋ ਸਕਦੇ ਹੈਗੇ ਆ? ਅਰਥਮੈਟਿਕ ਆਪਰੇਟਰਸ ਹੋ ਗਿਆ, ਕੰਪੈਰੀਜ਼ਨ ਆਪਰੇਟਰ ਹੋ ਗਏ ਜੀ, ਲੌਜੀਕਲ ਨੂੰ ਬਿਟ ਵਾਈਜ਼ ਆਪਰੇਟਰ ਵੀ ਆਖਿਆ ਜਾਂਦਾ ਹੈਗਾ, ਅਸਾਈਨਮੈਂਟ ਆਪਰੇਟਰਸ ਹੋ ਗਏ ਤੇ ਮਿਸਲੇਨੀਅਸ ਆਪਰੇਟਰਸ ਜਿਹੜੇ ਕੋਈ ਰਹਿ ਜਿਹੜੇ ਅਸੀਂ ਮਿਸਲੇਨੀਅਸ ਆਪਰੇਟਰ ਦੇ ਵਿੱਚ ਦੇਖਾਂਗੇ ਵੀ ਕੀ ਹੁੰਦੇ ਹੈਗੇ। ਹੁਣ ਸਾਨੂੰ ਪਹਿਲਾਂ ਜਿਹੜੇ ਅਰਥਮੈਟਿਕ ਆਪਰੇਟਰ, ਕੰਪੈਰੀਜ਼ਨ ਆਪਰੇਟਰ, ਲੌਜੀਕਲ ਐਂਡ ਬਿਟ ਵਾਈਜ਼ ਆਪਰੇਟਰ, ਸਾਈਨ ਆਪਰੇਟਰ, ਇਹ ਕੀ ਹੈ? ਇਹਨਾਂ ਦੀਆਂ ਟਾਈਪ ਹੈ, ਯਾਨੀ ਕਿ ਭਾਗ ਅੱਡ-ਅੱਡ ਭਾਗਾਂ ਦੇ ਵਿੱਚ ਇਹਨਾਂ ਨੂੰ ਅਸੀਂ ਵੰਡਿਆ ਹੋਇਆ ਹੈਗਾ। ਫੋਰ ਐਗਜ਼ਾਮਪਲ ਮੈਂ ਆਪਰੇਟਰ ਦੀ ਇੱਕ ਐਗਜ਼ਾਮਪਲ ਲਿਆ, ਮੰਨ ਲਓ ਸਾਡੇ ਕੋਲੇ ਮੈਥ ਦੇ ਕੋਲੇ ਇੱਕ ਇਕੁਏਸ਼ਨ ਹੁੰਦੀ ਹੈਗੀ ਹੈ x = 2, x ਬਰਾਬਰ ਹੈ 2 ਜਮਾ 3। ਇਹਦੇ ਵਿੱਚ ਜਿਹੜਾ ਇਕੁਅਲ ਕੇ ਪਲੱਸ ਦਾ ਨਿਸ਼ਾਨ ਹੈਗਾ ਉਹ ਕੀ ਦਰਸਾਉਂਦਾ ਹੈਗਾ ਸਾਨੂੰ ਵੀ ਆਪਰੇਟਰ ਹੈਗੇ ਆ ਕਿ ਜਿਹੜੇ x ਕੇ 2 ਤੇ 3 ਹੈਗੇ ਆ ਉਹ ਆਪਰੈਂਟਸ ਹੁੰਦੇ ਹੈਗੇ, ਯਾਨੀ ਕਿ ਡਿਜੀਟਲ ਨੰਬਰ ਵੀ ਕਹਿ ਸਕਦੇ ਹਾਂ ਅਸੀਂ 2 + 3, ਜਾਂ ਕੋਈ ਵੀ ਡਿਜੀਟਲ ਨੰਬਰ ਹੁੰਦੇ ਹੈਗੇ ਆ ਜਿਹੜੇ ਅਸੀਂ ਇਹਨਾਂ ਦੇ ਵਿੱਚ ਵਰਤਦੇ ਹੈਗੇ ਨੇ। ਇਹ ਆਪਰੇਟਰ ਵਰਕਿੰਗ ਕਰਦੇ ਆ ਸਮਥਿੰਗ ਨੋਨ ਹੈਜ ਆਪਰੇਟਰ। ਇਹਨਾਂ ਦੀ ਪਰਿਭਾਸ਼ਾ ਮੈਂ ਲਿਖੀ ਹੋਈ ਹੈ ਵੀ ਕੀ ਹੁੰਦੇ ਹੈਗੇ ਆ ਇੰਗਲਿਸ਼ ਦੇ ਵਿੱਚ। ਪੰਜਾਬੀ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਹੈਗਾ, ਜਿਵੇਂ x = 2 + 3, x ਤੇ ਜਿਹੜਾ ਹੁੰਦਾ ਹੈਗਾ ਇਕੁਅਲ ਤੇ ਪਲੱਸ ਦਾ ਨਿਸ਼ਾਨ, ਜਿਹੜਾ ਇਹ ਦੋ ਨਿਸ਼ਾਨ ਹੈਗੇ ਆ ਇਹ ਆਪਰੇਟਰਸ ਹੈਗੇ ਆ। x ਕੇ 2 ਤੇ 3, x 2 and 3, ਇਹ ਕੀ ਹੈਗੇ ਆ? ਆਪਰੈਂਟਸ ਹੈਗੇ। ਸਾਨੂੰ ਪਹਿਲਾਂ ਅਸੀਂ ਕਰਾਂਗੇ ਅਰਥਮੈਟਿਕ ਆਪਰੇਟਰਸ ਕੀ ਹੁੰਦੇ ਹੈਗੇ। ਅਰਥਮੈਟਿਕ ਆਪਰੇਟਰਸ ਕੀ ਹੁੰਦੇ ਹੈਗੇ ਆ? ਮੰਨ ਲਓ ਤੁਸੀਂ ਜਦੋਂ ਕੰਪਿਊਟਰ ਜਦੋਂ ਤੁਸੀਂ ਸਿੱਖਣਾ ਸਟਾਰਟ ਕਰਦੇ ਹੋ ITI ਦੇ ਵਿੱਚ, ਜਦੋਂ ਸ਼ੁਰੂ ਦੇ ਵਿੱਚ, ਤਾਂ ਉੱਥੇ ਸਾਨੂੰ ਪਹਿਲਾਂ ਇੱਕ ਬਲੌਕ ਡਾਇਗਰਾਮ ਕਰਾਈ ਜਾਂਦੀ ਹੈਗੀ ਆ ਵੀ ਬਲੌਕ ਡਾਇਗਰਾਮ ਆਫ ਕੰਪਿਊਟਰ। ਉਹਦੇ ਵਿੱਚ ਕੀ ਹੁੰਦਾ ਹੈਗਾ ਵੀ ਸਾਨੂੰ ਪਹਿਲਾਂ ਅਸੀਂ ਕਰਦੇ ਹਾਂ ਬਲੌਕ ਡਾਇਗਰਾਮ 'ਚ ALU, ਕੰਟਰੋਲ ਯੂਨਿਟ ਐਂਡ ਮੈਮਰੀ, 3 ਭਾਗਾਂ ਦੇ ਵਿੱਚ ਵਿਚਾਲੇ ਅਸੀਂ CPU ਜਿਹੜਾ ਹੁੰਦਾ ਉਹਨੂੰ ਵੰਡਿਆ ਜਾਂਦਾ ਹੈਗਾ। ਅਰਥਮੈਟਿਕ ਲੌਜੀਕਲ ਆਪਰੇਟਰ ਦੇ ਵਿੱਚ ਉਹਦੇ ਵਿੱਚ ਹੁੰਦੇ ਹੈਗੇ, ਸਾਨੂੰ ਪਹਿਲਾ ਜਿਹੜਾ ਬਾਕਸ ਹੁੰਦਾ ਹੈਗਾ ਉਹਦੇ ਵਿੱਚ ਕੀ ਕਰਦੇ ਹਾਂ ਅਸੀਂ? ਜੋੜ ਕਰਨਾ, ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਐਡੀਸ਼ਨ ਕਹਿੰਦੇ ਹਾਂ, ਸਬਟਰੈਕਸ਼ਨ ਘਟਾਓ ਕਰਨਾ, ਡਿਵੀਜ਼ਨ ਭਾਗ ਕਰਨਾ, ਮਲਟੀਪਲੀਕੇਸ਼ਨ ਉਹਨੂੰ ਗੁਣਾ ਕਰਨਾ, ਯਾਨੀ ਕਿ ਇਹ ਜਿਹੜੇ ਅਸੀਂ ਅਰਥਮੈਟਿਕਲ ਆਪਰੇਟਰ ਦੇ ਵਿੱਚ ਇਹ ਚੀਜ਼ਾਂ ਵਰਤਦੇ ਹੈ। ਜੋੜ ਕਰਨਾ, ਘਟਾਓ ਕਰਨਾ, ਭਾਗ ਕਰਨਾ, ਓਕੇ, ਉਹਨੂੰ ਮਲਟੀਪਲੀਕੇਸ਼ਨ ਕਰਨਾ। ਹੁਣ ਇਹ ਕੁਝ ਆਪਰੇਟਰ ਦੀ ਮੈਂ ਇੱਕ ਟੇਬਲ ਬਣਾ ਕੇ ਤੁਹਾਨੂੰ ਇਹਦੇ ਵਿੱਚ ਦਿਖਾਇਆ ਗਿਆ ਹੈਗਾ ਕੁਝ। ਜੇਕਰ ਮੰਨ ਲਓ ਇਹ ਰੇਸ, ਜੇਕਰ ਅਸੀਂ ਪਾਵਰ ਦਾ ਹੈਗਾ, ਮੰਨ ਲਓ ਪਾਵਰ ਦੇਣੀ ਹੋਵੇ ਕਿਸੇ ਨੂੰ, ਤਾਂ ਉਹਦੇ ਲਈ ਅਸੀਂ ਇਸ ਆਪਰੇਟਰ ਦੀ ਵਰਤੋਂ ਕਰਾਂਗੇ। ਜੇਕਰ ਅਸੀਂ ਜੋੜ ਕਰਨਾ ਹੈਗਾ, ਜੋੜ ਦਾ ਨਿਸ਼ਾਨ ਤਾਂ ਸੇਮ ਹੀ ਜਿਵੇਂ ਮੈਥ ਦੇ ਵਿੱਚ ਜੋੜ ਦਾ ਨਿਸ਼ਾਨ ਹੁੰਦਾ ਹੈਗਾ, ਉਸੇ ਤਰ੍ਹਾਂ ਇਹਦੇ ਵਿੱਚ ਵੀ ਜੋੜ ਦਾ ਨਿਸ਼ਾਨ ਸੇਮ ਹੀ ਹੁੰਦਾ ਹੈਗਾ। ਮਾਈਨਸ, ਜਿਹਨੂੰ ਅਸੀਂ ਸਬਟਰੈਕਸ਼ਨ ਵੀ ਕਹਿੰਦੇ ਆ, ਘਟਾਓ ਵੀ ਕਹਿੰਦੇ ਹੈਗੇ ਆ, ਉਹਦਾ ਨਿਸ਼ਾਨ ਵੀ ਇਹਦੇ ਵਿੱਚ ਸੇਮ ਹੁੰਦਾ। ਪਰ ਇੱਥੇ ਗੁਣਾ ਦਾ ਨਿਸ਼ਾਨ ਜਿਹੜਾ ਅਸੀਂ ਵਰਤਦੇ ਹੈਗੇ ਆ, ਮੰਨ ਲਓ ਗੁਣਾ, ਮਲਟੀਪਲੀਕੇਸ਼ਨ, ਇੱਕ ਦੂਜੇ ਨੂੰ ਇੱਕ ਗੁਣਾ ਕਰਨ ਵਾਸਤੇ ਜਿਹੜਾ ਨਿਸ਼ਾਨ ਵਰਤਿਆ ਜਾਂਦਾ ਹੈਗਾ ਉਹਨੂੰ ਅਸੀਂ ਸਟਾਰ ਦੇ ਰੂਪ ਵਿੱਚ ਵਰਤਿਆ ਜਾਂਦਾ ਹੈਗਾ। ਸਟਾਰ ਯਾਨੀ ਕਿ ਸਟਾਰ ਦਾ ਨਿਸ਼ਾਨ ਹੁੰਦਾ। ਭਾਗ ਕਰਨਾ, ਡਿਵੀਜ਼ਨ ਕਰਨੀ, ਉਹਦੇ ਲਈ ਅਸੀਂ ਭਾਗ ਦਾ ਨਿਸ਼ਾਨ ਮੈਥ ਦੇ ਵਿੱਚ ਅਸੀਂ ਹੋਰ ਵਰਤਦੇ ਹਾਂ, ਪਰ ਇੱਥੇ ਭਾਗ ਦਾ ਨਿਸ਼ਾਨ ਦੀ ਵਰਤੋਂ ਇਸ ਦੀ ਕੀਤੀ ਜਾਂਦੀ ਹੈਗੀ ਆ। ਅੱਗੇ ਇੰਟੀਜ਼ਰ ਦੀ ਵਰਤੋਂ ਇਸ ਤਰ੍ਹਾਂ ਕੀਤੀ ਜਾਂਦੀ ਹੈ। ਅੱਗੇ ਆ ਗਿਆ ਮੋਡ, MOD, ਮੋਡ। ਠੀਕ ਹੈ। ਹੁਣ ਮੈਂ ਇਹਨਾਂ ਦੇ ਤੁਹਾਨੂੰ ਕੰਮ ਦੱਸੂਗਾ ਵੀ ਕੀ ਹੁੰਦੇ ਹੈਗੇ ਆ ਸਾਰਿਆਂ ਦੇ, ਕੀ ਕਿਵੇਂ ਵਰਤੇ ਜਾਂਦੇ ਹੈਗੇ।
पावर मान लो फॉर एग्जांपल ਅਸੀਂ ਕਿਸੇ ਦੀ ਨੰਬਰ ਦੇ ਉੱਤੇ ਪਾਵਰ ਲਾਉਣੀ ਹੈ x ਦੀ ਪਾਵਰ 2 ਲਾਉਣੀ ਹੈਗੀ ਹੈ ਤਾਂ ਉਹਨੂੰ ਮੈਂ ਇਸ ਤਰ੍ਹਾਂ ਡਿਫਾਈਨ ਕਰੂੰਗਾ x ਕੈਪ y ਯਾਨੀ ਕਿ ਜਿਹੜੇ x ਦੀ ਪਾਵਰ ਹੈਗੀ ਆ ਉਹ y ਹੈਗੀ ਹੈ ਜੋੜ ਦਾ ਨਿਸ਼ਾਨ ਤਾਂ ਸੇਮ ਹੀ ਹੋ ਗਿਆ x ਜੋ ਨੰਬਰਾਂ ਨੂੰ ਜੋੜ ਕਰਦੇ ਹਾਂ ਕਰ ਸਕਦੇ ਹੈਗੇ ਆਪਾਂ ਇੱਥੇ ਜੇਕਰ ਅਸੀਂ ਘਟਾਓ ਕਰਨਾ ਹੈਗਾ ਮਾਈਨਸ ਕਰਨਾ ਹੈਗਾ ਉਹਨੂੰ सबट्रैक्शन करना है ਤਾਂ ਵਰਤੋਂ ਕਰਾਂਗੇ x y ਜੇਕਰ ਅਸੀਂ ਇੱਥੇ ਗੁਣਾ ਕਰਨੀ ਹੈਗੀ ਹੈ ਮਲਟੀਪਲੀਕੇਸ਼ਨ ਕਰਨੀ ਹੈਗੀ ਹੈ ਤਾਂ ਉੱਥੇ ਅਸੀਂ x ਸਟਾਰ y ਦੀ ਵਰਤੋਂ ਕਰਾਂਗੇ ਅੱਗੇ ਆ ਗਿਆ ਡਿਵੀਜ਼ਨ ਭਾਗ ਕਰਨਾ ਜਿਵੇਂ ਅਸੀਂ ਕਹਿੰਦੇ ਹੈਗੇ ਆ ਭਾਗ ਕਰਨੇ ਨੂੰ ਕਿਵੇਂ ਕਰਨਾ ਅਸੀਂ x ਡਿਵੀਜ਼ਨ ਦਾ ਨਿਸ਼ਾਨ ਆ ਗਿਆ ਸਾਡੇ ਕੋਲ y ਆ ਗਿਆ ਹੁਣ ਅੱਗੇ ਜਿਹੜੇ ਇਹ ਤਾਂ ਤੁਸੀਂ ਆਮ ਜਿਹੜੇ ਚਾਲ ਉੱਪਰਲੇ ਜਿਹੜੇ ਆਪਾਂ ਕੀਤੇ ਹੈਗੇ ਪੰਜ ਇਹ ਤਾਂ ਤੁਸੀਂ ਵਰਤੇ ਹੋਣਗੇ ਪਰ ਥੋੜਾ ਜਿਹਾ ਇੱਥੇ ਤੁਹਾਨੂੰ ਡਾਊਟ ਹੋਊਗਾ ਵੀ ਇੰਟੀਜ਼ਰ ਤੇ ਮੋਡ ਇਹਦੇ ਵਿੱਚ ਕੀ ਫਰਕ ਹੈਗਾ ਹੁਣ ਮੰਨ ਲਓ ਅਸੀਂ ਕਿਸੇ ਨੂੰ ਭਾਗ ਕਰਦੇ ਹੈਗੇ ਆ ਕੋਈ ਵੀ ਰੋਂਗ ਫਿਗਰ ਦੇ ਵਿੱਚ ਮੰਨ ਲਓ 7 ਨੂੰ ਅਸੀਂ 2 ਤੇ ਭਾਗ ਕੀਤਾ ਤਾਂ ਅਸੀਂ ਭਾਗ ਕਰਦੇ ਆ ਤਾਂ ਉੱਥੇ ਸਾਡੇ ਕੋਲ ਕੀ ਬਚਦਾ ਹੈਗਾ 3.5 ਜੇਕਰ ਅਸੀਂ 7 ਨੂੰ 2 ਤੇ ਭਾਗ ਕੀਤਾ ਪਹਿਲਾਂ 3 ਤੇ ਗਿਆ 6 ਆ ਗਿਆ ਥੱਲੇ ਇੱਕ ਰਿਮਾਈਂਡਰ ਬਚ ਗਿਆ ਸਾਡੇ ਕੋਲੇ ਤੇ ਉਹਨੂੰ ਅਸੀਂ 0 ਕਰਕੇ ਪੁਆਇੰਟ ਐਡ ਕਰਕੇ 3.5 ਆ ਗਿਆ ਸਾਡੇ ਕੋਲੇ ਮੰਨ ਲਓ ਉਹਨੂੰ ਅਸੀਂ ਰੋਂਗ ਫਿਗਰ ਦੇ ਵਿੱਚ ਕਰਨਾ ਚਾਹੁੰਦੇ ਹੈਗੇ ਆ ਯਾਨੀ ਕਿ ਸਾਨੂੰ ਕੱਲਾ ਰੋਂਗ ਫਿਗਰ ਦੇ ਵਿੱਚ ਹੀ ਉਹ ਦਿਖਾਵੇ 3.5 ਨਹੀਂ ਦਿਖਾਊਗਾ ਕੱਲਾ ਸਾਨੂੰ 3 ਦੀ ਵਰਤੋਂ ਉਹ ਦਿਖਾਊਗਾ ਠੀਕ ਹੈ ਉਸ ਵੇਲੇ ਅਸੀਂ ਇਸ ਤਰ੍ਹਾਂ ਦੀ ਵਰਤੋਂ ਕਰ ਸਕਦੇ ਹੈਗੇ ਅੱਗੇ ਆ ਗਿਆ ਮੋਡ MOD ਮੋਡ ਉਹਦੇ ਵਿੱਚ ਕਿਸ ਤਰ੍ਹਾਂ ਹੁੰਦਾ ਮੰਨ ਲਓ ਦੋ ਅਸੀਂ ਇਕੁਏਸ਼ਨ ਨੂੰ ਭਾਗ ਕੀਤਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ 7/2 7 ਨੂੰ ਅਸੀਂ 2 ਤੇ ਭਾਗ ਕੀਤਾ ਤਾਂ ਕਿੰਨਾ ਆ ਗਿਆ 6 ਥੱਲੇ ਇੱਕ ਬਾਕੀ ਬਚ ਗਿਆ ਰਿਮਾਈਂਡਰ ਵੈਲਿਊ ਯਾਨੀ ਕਿ ਥੱਲੇ ਜਿਹੜੀ ਰਿਮਾਈਂਡਰ ਵੈਲਿਊ ਹੈ ਜੇਕਰ ਤੁਸੀਂ ਉਹਨੂੰ ਦੇਖਣਾ ਚਾਹੁੰਦੇ ਹੋ ਤਾਂ ਉਸ ਦੀ ਇਸ ਤਰ੍ਹਾਂ ਦੀ ਵਰਤੋਂ ਕਰ ਸਕਦੇ ਹੈਗੇ ਅਸੀਂ ਜੇਕਰ ਅਸੀਂ ਰਿਮਾਈਂਡਰ ਭਾਗ ਦੇਖਣਾ ਹੈ ਇਹ ਜਿਹੜੇ ਸਾਰੇ ਆਪਰੇਟਰ ਹੈਗੇ ਆ ਇਹ ਸਾਰੇ ਹੈਗੇ ਅਰਥਮੈਟਿਕਲ ਆਪਰੇਟਰ ਜਿਹੜੇ ਅਸੀਂ ਕੰਪਿਊਟਰ ਦੇ ਵਿੱਚ VBA ਦੇ ਵਿੱਚ ਵਰਤੋਂ ਦੇ ਵਿੱਚ ਆਉਂਦੇ ਹੈਗੇ ਆ ਇਹਨਾਂ ਦੀਆਂ ਇਕੁਏਸ਼ਨਾਂ ਵੀ ਮੈਂ ਤੁਹਾਨੂੰ ਲਿਖ ਦਿੱਤੀਆਂ ਹੈਗੀਆਂ ਨਾਲ ਪਲੱਸ ਦੀਆਂ ਮਾਈਨਸ ਦੀਆਂ y ਦੀਆਂ ਹੁਣ ਇਹਦੇ ਵਾਸਤੇ ਮੈਂ ਥੋੜਾ ਜਿਹਾ ਇੱਕ ਹੋਰ ਇਹਨੂੰ ਆਸਾਨ ਕੀਤਾ ਹੈਗਾ ਤੁਹਾਡੇ ਲਈ ਅਗਰ ਮੈਂ ਇੱਕ ਇਹਦਾ ਐਗਜ਼ਾਮਪਲ ਦੇ ਤੌਰ ਤੇ ਇੱਕ ਪ੍ਰੋਗਰਾਮ ਤੁਹਾਨੂੰ ਮੈਂ ਬਣਾਇਆ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਹੈ ਮੋਡਿਊਲ ਆਪਰੇਟਰ ਲਿਖ ਕੇ ਮੈਂ ਸਬ ਮੇਨ ਦੀ ਵੈਲਿਊ ਡਿਮ x ਦੀ ਵੈਲਿਊ ਮੈਂ 15 ਲਿਖ ਦਿੱਤੀ ਹੈਗੀ ਇਹਦੇ ਵਿੱਚ x ਐਜ਼ ਇੰਟੀਜ਼ਰ ਦੀ ਵਰਤੋਂ ਕਰਕੇ ਮੈਂ y ਹੈਜ਼ ਇੰਟੀਜ਼ਰ 3 ਦੀ ਵਰਤੋਂ ਕੀਤੀ ਹੈਗੀ ਹੈ ਜਿਵੇਂ ਆਪਾਂ ਮੈਥ ਦੇ ਵਿੱਚ ਸਵਾਲ ਕੱਢਦੇ ਹਾਂ x y 15 ਮੰਨ ਲਓ ਆਊਟਪੁੱਟ ਦਾ x + y ਕਰਨਾ ਚਾਹੁੰਦਾ ਹੈਗਾ ਜਿਹੜੀ ਕਨਸੋਲੇਟ ਰਾਈਟ ਲਾਈਨ ਦੇ ਵਿੱਚ ਲਿਖਿਆ ਹੈਗਾ ਮੈਨੂੰ ਫਿਰ ਅਗਰ x - y ਨੂੰ ਆਊਟਪੁੱਟ ਦੇ ਵਿੱਚ ਦਿਖਾਉਣਾ ਚਾਹੁੰਦਾ अगर मैं जेकर इंटीजर का वैल्यू देखना चाहना तो भी मैं लिखता है ਉਹਦੇ ਪਾਵਰ ਦੇਖਣਾ ਚਾਹੁੰਦਾ ਜਦੋਂ ਅਸੀਂ ਇਹ ਸਾਰਾ ਤਾਂ ਜਿਵੇਂ ਤੁਹਾਨੂੰ ਮੈਂ ਸਲਾਈਡ ਵੀ ਵੈਲਿਊ ਫੈਕਟਰ 15 ਦੇ ਰੱਖੀ ਸੀ मैं घटाऊंगा इस
जेकर मैं इत्थे x ਦੀ ਪਾਵਰ y ਯਾਨੀ ਕਿ ਉਹਦੀ ਵੈਲਿਊ ਕੀਤੀ ਆ 15 ਨੂੰ ਮੈਂ 3 ਵਾਰੀ ਲਿਖੂੰਗਾ ਤਾਂ ਉਹਦੀ ਵੈਲਿਊ ਸਾਡੇ ਕੋਲੇ 3375 ਵੈਲਿਊ ਉਹ ਤੁਹਾਨੂੰ ਦਿਖਾਈ ਦੇਊਗੀ। ਇਹ ਇੱਕ ਅਰਥਮੈਟਿਕਲ ਲੌਜੀਕਲ ਦਾ ਪ੍ਰੋਗਰਾਮ ਹੈਗਾ, ਇਹਦੇ ਨਾਲ ਤੁਹਾਨੂੰ ਕਾਫੀ ਕੁਝ ਸਮਝ ਲੱਗ ਗਈ ਹੋਊਗੀ। ਜੇਕਰ ਅਸੀਂ ਐਡੀਸ਼ਨ, ਜੋੜ, ਘਟਾਓ, ਮਲਟੀਪਲੀਕੇਸ਼ਨ, ਭਾਗ, ਪਾਵਰ ਕਿ ਉਹਦੇ ਵਿੱਚ ਇੰਟੀਜ਼ਰ ਦਾ, ਲੌਂਗ ਫਿਗਰ ਦਾ ਜੇਕਰ ਆਨਸਰ ਲੈਣਾ ਹੈ ਤਾਂ ਅਸੀਂ ਕਿਸ ਤਰ੍ਹਾਂ ਉਹਨੂੰ ਡਿਫਾਈਨ ਕਰ ਸਕਦੇ ਹਾਂ, ਦਿਖਾ ਸਕਦੇ ਹਾਂ। ਦੂਜੇ ਆ ਗਏ ਸਾਡੇ ਕੋਲ ਕੰਪੈਰੀਜ਼ਨ ਆਪਰੇਟਰ। ਕੰਪੈਰੀਜ਼ਨ ਆਪਰੇਟਰ ਕੀ ਹੁੰਦੇ ਆ? ਕੰਪੈਰੀਜ਼ਨ ਯਾਨੀ ਕਿ ਤੁਲਨਾ, ਜੀ ਦੋਨਾਂ ਦੀ ਤੁਲਨਾ ਅਸੀਂ ਕਿਸ ਤਰ੍ਹਾਂ ਕਰਦੇ ਹਾਂ ਪੰਜਾਬੀ ਵਿੱਚ। ਕੰਪੈਰੀਜ਼ਨ ਆਪਰੇਟਰ ਆਰ ਬੇਸਿਕਲੀ ਯੂਜ਼ਡ ਟੂ ਕੰਪੇਅਰ ਡਿਫਰੈਂਟ ਵੈਲਿਊ, ਯਾਨੀ ਕਿ ਉਹ ਕੰਪੈਰੀਜ਼ਨ ਕਰਦਾ ਹੈਗਾ ਡਿਫਰੈਂਟ ਵੈਲਿਊ ਦੇ ਵਿੱਚ। ਇਹ ਨਾਰਮਲ ਬੂਲੀਅਨ ਆਪਰੇਸ਼ਨ ਵੈਲਿਊ ਹੁੰਦੀਆਂ ਹੈਗੀਆਂ ਜਿਹੜੀਆਂ ਸਾਡੇ ਕੋਲ ਟਰੂ ਜਾਂ ਫਾਲਸ ਤੇ ਡਿਪੈਂਡ ਕਰਦੀਆਂ ਵੀ ਵੈਲਿਊ ਸਹੀ ਹੈ ਜਾਂ ਗਲਤ ਹੈਗੀ। ਉਹਦੀਆਂ ਕੰਡੀਸ਼ਨਾਂ ਸਾਨੂੰ ਇਹਦੇ ਤੇ ਡਿਫਾਈਨ ਕਰਨੀਆਂ ਪੈਂਦੀਆਂ ਹੈਗੀਆਂ, ਤਾਂ ਹੀ ਸਾਨੂੰ ਇਹਦੀ ਅਗਾਂਹ ਇਕੁਏਸ਼ਨ ਦੇ ਵਿੱਚ ਫਾਇਦੇ ਹੁੰਦੇ ਆ, ਸਾਨੂੰ ਕੰਮ ਕਰਨ ਦੇ ਵਿੱਚ ਆਪਰੇਟਰ ਦੇ ਵਿੱਚ ਵਰਤੇ ਜਾਂਦੇ। ਹੁਣ ਇਹ ਕਿਹੜੇ ਕਿਹੜੇ ਆਪਰੇਟਰ ਹੈਗੇ ਆ? ਇਕੁਅਲ ਦਾ ਨਿਸ਼ਾਨ ਹੋ ਗਿਆ ਸਾਡੇ ਕੋਲ। ਇਕੁਅਲ ਇਹਦਾ ਮੀਨ ਕੀ ਹੈ? ਇਕੁਅਲਿਟੀ ਚੈੱਕ ਰਿਟਰਨ ਟੂ ਇਫ ਦੀ ਬੋਥ ਵੈਲਿਊ ਆਰ ਸੇਮ। ਜੇਕਰ ਦੋਨਾਂ ਦੀ ਵੈਲਿਊ ਸੇਮ ਹੁੰਦੀ ਹੈਗੀ ਹੈ, ਮੰਨ ਲਓ ਦੋ ਅਸੀਂ ਲੈ ਲੈਣੇ ਹੈਗੇ ਆ, ਦੋਨਾਂ ਦੀ ਵੈਲਿਊ ਟਰੂ ਹੁੰਦੀ ਹੈ, ਇੱਕੋ ਜਿਹੇ ਹੁੰਦੇ ਹੈਗੇ ਆ, ਤਾਂ ਹੀ ਉਹ ਵੈਲਿਊ ਸੇਮ ਯਾਨੀ ਕਿ ਟਰੂ ਹੋ ਸਕਦੀ ਹੈ। ਨੋਨ ਇਕੁਅਲਿਟੀ ਰਿਟਰਨ ਦੇ ਵਿੱਚ ਅਸੀਂ ਇਹਨੂੰ ਲੈਸ ਦੈਨ, ਗ੍ਰੇਟਰ ਦੈਨ, ਜਿਵੇਂ ਤੁਸੀਂ ਕਹਿੰਦੇ ਉਹਨੂੰ ਅਸੀਂ ਬੋਥ ਵੈਲਿਊ ਕੀ ਹੋਗੀ? ਅਨਇਕੁਅਲ ਹੋ ਸਕਦੀ ਹੈਗੀ ਆ, ਜੇਕਰ ਨਹੀਂ ਹੈਗੀ ਤਾਂ। ਅੱਗੇ ਆ ਗਿਆ ਗ੍ਰੇਟਰ ਦਾ ਨਿਸ਼ਾਨ। ਗ੍ਰੇਟਰ ਦੇ ਵਿੱਚ ਵੀ ਇਸ ਤਰ੍ਹਾਂ ਹੁੰਦੀ ਹੈਗੀ ਹੈ, ਗ੍ਰੇਟਰ ਦੈਨ ਚੈੱਕ ਦੀ ਰਿਟਰਨ ਵੈਲਿਊ ਜੇ ਟਰੂ, ਜੇਕਰ ਸਹੀ ਹੈਗੀ ਆ ਤਾਂ। ਲੈਸ ਦੈਨ ਦੇ ਵਿੱਚ ਆ ਗਿਆ ਅਗਾ ਜਿਹੜਾ ਗ੍ਰੇਟਰ ਦੈਨ ਇਕੁਅਲ ਟੂ ਆ ਗਿਆ, ਅਗਾ ਲੈਸ ਦੈਨ ਇਕੁਅਲ ਟੂ ਆ ਗਿਆ। ਹੁਣ ਇਹਦੀ ਮੈਂ ਪਰਿਭਾਸ਼ਾ, ਇਹਨੂੰ ਅਸੀਂ ਜੇਕਰ ਐਗਜ਼ਾਮਪਲ ਦੇ ਤੌਰ ਤੇ ਲਿਖਾਂਗੇ ਤਾਂ x ਇਕੁਅਲ ਟੂ ਨੋ ਇਕੁਅਲ ਟੂ y ਆ ਗਿਆ, x ਲੈਸ ਨੋਟ ਇਕੁਅਲਿਟੀ ਟਰੂ ਆ ਗਿਆ। ਇਹ ਕਿਵੇਂ ਆ ਰਿਹਾ ਹੈਗਾ? ਫੋਰ ਐਗਜ਼ਾਮਪਲ ਜੇਕਰ ਮੈਂ ਇੱਥੇ ਥੱਲੇ ਲਿਖਿਆ ਹੋਇਆ x ਦੀ ਵੈਲਿਊ 10 ਹੈ, ਜੇਕਰ y ਦੀ ਵੈਲਿਊ 20 ਹੈ, ਤਾਂ ਕੀ ਹੋ ਜਾਊਗਾ ਇੱਥੇ? x ਦੀ ਵੈਲਿਊ 10 ਹੈ ਤਾਂ y ਦੀ ਵੈਲਿਊ 20 ਹੈ, ਯਾਨੀ ਕਿ ਇਹ ਬਰਾਬਰ ਨਹੀਂ ਹੈਗੇ ਦੋਨੇ। ਇਹਦਾ ਮਤਲਬ ਕੀ ਹੈ? ਇਹ ਇਕੁਏਸ਼ਨ ਟਰੂ ਨਹੀਂ ਹੈਗੀ, ਯਾਨੀ ਕਿ ਸਹੀ ਨਹੀਂ ਹੈਗੀ। ਜੇਕਰ x ਦੀ ਵੈਲਿਊ ਅਸੀਂ 10 ਭਰ ਦਿੰਦੇ ਹਾਂ, ਇੱਥੇ y ਦੀ ਵੈਲਿਊ 20 ਭਰ ਦਿੰਦੇ ਹਾਂ, ਤਾਂ ਯਾਨੀ ਕਿ ਇਹਦਾ ਮਤਲਬ ਹੈ ਕਿ ਇਹ ਬਰਾਬਰ ਨਹੀਂ ਹੈਗੇ। ਇਸੇ ਕਰਕੇ ਇਹਨੂੰ ਅਸੀਂ ਨੋਟ ਟਰੂ, ਇਹ ਸਹੀ ਨਹੀਂ ਹੈਗਾ। ਮੰਨ ਲਓ ਅੱਗੇ ਆ ਗਿਆ ਸਾਡੇ ਕੋਲੇ x ਦੀ ਯਾਨੀ ਕਿ ਜਿਹੜੀ ਵੈਲਿਊ ਹੈਗੀ ਹੈ ਉਹ ਘੱਟ ਹੈਗੀ ਹੈ y ਨਾਲੋਂ, y ਦੀ ਵੈਲਿਊ ਜ਼ਿਆਦਾ ਹੈਗੀ ਹੈ x ਨਾਲੋਂ, ਯਾਨੀ ਕਿ ਇਹ ਇਕੁਏਸ਼ਨ ਠੀਕ ਹੈਗੀ ਹੈ ਜੇਕਰ ਅਸੀਂ ਇਸ ਦੇ ਹਿਸਾਬ ਨਾਲ ਲੈਂਦੇ ਹਾਂ। ਇਸੇ ਕਰਕੇ ਇਹਨੂੰ ਅਸੀਂ ਟਰੂ ਕਰਨਾ। ਹੁਣ ਜੇਕਰ x ਦੀ ਵੈਲਿਊ ਜ਼ਿਆਦਾ ਹੈਗੀ ਹੈ y ਨਾਲੋਂ, ਇਹ ਵੀ ਗਲਤ ਹੈਗੀ ਹੈ, ਇਹ ਵੀ ਠੀਕ ਨਹੀਂ ਹੋ ਸਕਦੀ, ਕਿਉਂਕਿ x ਦੀ ਵੈਲਿਊ ਇੱਥੇ ਸਾਡੇ ਕੋਲੇ 10 ਹੈ, y ਦੀ ਵੈਲਿਊ ਸਾਡੇ ਕੋਲੇ 20 ਹੈ, ਯਾਨੀ ਕਿ ਇਹ ਵੀ ਕੰਡੀਸ਼ਨ ਟਰੂ ਨਹੀਂ ਹੋ ਸਕਦੀ। ਦੂਜਾ ਕੀ ਹੈ? x ਜਿਹੜਾ ਹੈਗਾ y ਤੋਂ ਘੱਟ ਹੈ ਜਾਂ y ਵੱਡਾ ਹੈਗਾ x ਨਾਲੋਂ, ਇਹ ਗੱਲ ਠੀਕ ਹੈ। ਠੀਕ ਕਿਵੇਂ ਹੈ? ਕਿਉਂਕਿ y ਦੀ ਵੈਲਿਊ 20 ਹੈ, x ਦੀ ਵੈਲਿਊ 10 ਹੈਗੀ ਹੈ, ਇਸੇ ਕਰਕੇ ਇਹ ਟਰੂ ਮੰਨਿਆ ਜਾ ਸਕਦਾ ਹੈ। ਜੇਕਰ ਅਸੀਂ ਦੂਸਰੀ ਕੰਡੀਸ਼ਨ ਲਾਉਣੇ ਹੈਗੇ ਆ, ਕੰਡੀਸ਼ਨ ਆ ਗਿਆ ਸੈਕੰਡ, ਟਰੂ ਕੰਡੀਸ਼ਨਾਂ ਲਾ ਰੱਖੀਆਂ ਹੈਗੀਆਂ, x ਵੱਡਾ ਹੋ ਸਕਦਾ ਜਾਂ ਬਰਾਬਰ ਹੋ ਸਕਦਾ ਹੈ, ਕਿਉਂਕਿ ਇਹ ਵੀ ਗੱਲ ਠੀਕ ਨਹੀਂ ਹੈਗੀ। ਜੇਕਰ x ਦੀ ਵੈਲਿਊ ਅਸੀਂ 10 ਲੈਣੇ ਆ ਤਾਂ y ਦੀ ਵੈਲਿਊ ਇਹ ਲੈਣੇ ਆ, ਤਾਂ ਵੀ ਇਹ ਬਰਾਬਰ ਨਹੀਂ ਹੈਗਾ, ਤਾਂ ਵੀ ਇਹਦੇ ਨਾਲੋਂ ਇਹ ਯਾਨੀ ਕਿ ਕੀ ਹੈਗਾ? ਛੋਟਾ ਹੈ y ਨਾਲੋਂ, x ਬਰਾਬਰ ਵੀ ਨਹੀਂ ਹੈਗਾ, ਇਸੇ ਕਰਕੇ ਇਹ ਵੀ ਕੰਡੀਸ਼ਨ ਨੋਟ ਟਰੂ। ਅੱਗੇ ਕੀ ਹੈ? x ਦੀ ਵੈਲਿਊ ਵੱਧ ਹੈਗੀ ਹੈ y ਨਾਲੋਂ, ਤਾਂ ਇਹ ਵੀ ਗੱਲ ਇਹ ਟਰੂ ਹੈਗੀ ਹੈ, ਇਸੇ ਕਰਕੇ ਇੱਥੇ ਮੈਂ ਟਰੂ ਲਿਖ ਦਿੱਤਾ ਹੈ। ਇਹ ਹੈਗੀ ਹੈ ਸਾਡੇ ਕੋਲ ਕੰਪੈਰੀਜ਼ਨ ਆਪਰੇਟਰ ਜਿਹੜੇ ਵਰਤੇ ਜਾਂਦੇ ਹੈਗੇ। ਦੂਜਾ ਮੈਂ ਇਹਦਾ ਛੋਟਾ ਜਿਹਾ ਇੱਕ ਪ੍ਰੋਗਰਾਮ ਕੰਪੈਰੀਜ਼ਨ ਆਪਰੇਟਰ ਦਾ ਵੀ ਬਣਾਇਆ ਹੈਗਾ, ਜਿਸ ਨਾਲ ਤੁਹਾਨੂੰ ਥੋੜਾ ਜਿਹਾ ਸਮਝਣ ਦੇ ਵਿੱਚ ਆਸਾਨੀ ਹੋਊਗੀ। ਮੰਨ ਲਓ ਸਾਡੇ ਕੋਲੇ ਮੋਡਿਊਲ ਆਪਰੇਟਰ ਉਸੇ ਤਰ੍ਹਾਂ ਲਿਖੇ ਹੈਗੇ ਆ, x ਦਾ ਇੰਟੀਜ਼ਰ ਦੀ ਵੈਲਿਊ ਮੈਂ 10 ਰੱਖੀ ਸੀਗੀ, ਉਸੇ ਤਰ੍ਹਾਂ y ਦੀ 20 ਰੱਖੀ ਹੈ, ਉਹਦੀ ਆਊਟਪੁੱਟ ਦਿਖਾਉਣ ਵਾਸਤੇ ਫਾਸਟ ਕਰਤੀ ਹੈ, ਰਾਈਟ ਲਾਈਨ ਕਰਤੀ ਹੈ, ਉਹਨੂੰ ਮੈਂ ਆਊਟਪੁੱਟ ਐਕਸੀਡੈਂਟ ਕਰਤਾ ਹੈਗਾ ਲੈਸ ਦੈਨ y। ਰਿਟਰਨ ਜਿਹੜੀ ਉਹਨੂੰ ਪ੍ਰਿੰਟ ਕਰਨ ਵਾਸਤੇ ਯੂਜ਼ ਕੀਤੀਆਂ ਹੈਗੀਆਂ ਆਊਟਪੁੱਟ ਮੈਂ ਦਿਖਾਤੀ ਹੈਗੀ ਹੈ। ਇਸੇ ਤਰ੍ਹਾਂ x ਇਕੁਅਲ ਟੂ y ਇਕੁਅਲ 0 ਕਰਕੇ ਮੈਂ ਉਹਨੂੰ ਕਰਤਾ ਹੈਗਾ, ਆਊਟਪੁੱਟ ਦੇ ਵਿੱਚ ਵੀ ਕਰਤਾ ਹੈਗਾ। ਆਹ ਜਿਹੜੀ ਹੁਣ ਆਹ ਜਿਹੜੇ ਤੁਸੀਂ ਦੇਖ ਰਹੇ ਹੋ 1 2 ਇਕੁਅਲ ਆਹ ਸਾਰੇ ਚੰਨ, ਇਹ ਆਪਾਂ ਪਿਛਲੇ ਦੇ ਵਿੱਚ ਇੱਥੇ ਵਰਤੇ ਹੋਏ ਆ। ਦੇਖੋ ਉਹੀ ਚੀਜ਼ਾਂ ਮੈਂ ਯਾਨੀ ਕਿ ਇਸ ਪ੍ਰੋਗਰਾਮ ਦੇ ਵਿੱਚ ਵਰਤੋਂ ਕੀਤੀ ਹੈਗੀ ਆ, ਤਾਂ ਜੋ ਤੁਹਾਨੂੰ ਇਹਦੇ ਵਿੱਚ ਆਸਾਨੀ ਨਾਲ ਸਮਝ ਆ ਸਕੇ ਵੀ ਕੀ ਇਹਨਾਂ ਦੇ ਵਿੱਚ ਫਰਕ ਹੈਗਾ। ਇਹੀ ਚੀਜ਼ਾਂ ਦੀ ਵਰਤੋਂ ਮੈਂ ਇਸ ਦੇ ਵਿੱਚ ਕਰ ਰੱਖੀ ਹੈਗੀ ਆ। ਇਹੀ ਚੀਜ਼ ਆ ਦੇਖੋ ਨੀਚੇ ਵੀ ਮੈਂ ਉਹੀ ਕੰਡੀਸ਼ਨ ਲਾ ਰੱਖੀ ਹੈਗੀ ਹੈ।
फिर लास्ट ते भी मैं उस कंडीशन ला रखी है। एंड सर्च ऑन करके एंड मॉड्यूल मैं इनू बंद कर दिता है। हुण जदों आपां ये एक प्रोग्राम लिखिया है मेरा ऑपरेटर्स का, फॉर एग्जाम्पल तुहानूं समझाउण वास्ते, इहदी मैं हुण जदों आउटपुट देखूंगा तो आउटपुट उस तरह ही आऊगी। जेकर वो प्रोग्राम लिखे जेकर एक्स की वैल्यू 10 हैगी है तो वाई की वैल्यू 20 हैगी है। इत्थे तुहानूं ये आपदियां सारे डाउट क्लीयर हो जाणगे। एक्स की हैगा वाई नालों वड्डा नहीं, फाल्स है, यानी कि एक्स की वैल्यू 10 भरदा मैं इत्थे, वाई की वैल्यू 20 भरदा, यानी कि यह फाल्स है। एक्स जिहड़ा हैगा छोटा है, वाई यानी कि वड्डा हैगा एक्स नालों, ये ट्रू है, यानी कि ये ठीक है। एक्स इक्वल टू वाई ये भी बराबर नहीं हैगा, क्योंकि इत्थे एक्स की वैल्यू 10 है, वाई की वैल्यू 20 हैगी। अगे जिहड़ी दूसरी कंडीशन लाई हैगी है, एक्स यानी कि वड्डा भी नहीं हैगा कि बराबर भी नहीं हैगा, इसे करके ये भी कंडीशन जिहड़ी हैगी है फाल्स हैगी। हुण ये की है, एक्स जिहड़ा हैगा वड्डा इक्वल टू वाई दे हो सकदा, ये वैल्यू ट्रू हैगी है, जिहड़ी मैं इस विच ट्रू कर दित्ती है। हुण इहदे विच जिहड़े अपने कोले आह मॉड्यूल दा प्रोग्राम हैगा, ये सारे किहड़े हैगे आ कंपैरिजन ऑपरेटर जिहड़े असीं वरते जांदे हैगे आ बीबी दे। नैक्सट साडे कोले आ गया हैगा लॉजिकल ऑपरेटर। लॉजिकल ऑपरेटर तुसीं देखिया होगा, जिन्हां ने डिजिटल इलैक्ट्रॉनिक कीती हैगी आ, उहदे विच कुछ एंड के और के नॉट एक्सऑर गेट वरते जांदे हैगे, गेट्स दी वरतों हुंदी हैगी आ, उही ऑपरेटर असीं इन्हां दे विच वरतों करांगे। एंड दा निशान हुंदा हैगा, और हुंदा, नॉट हैगा, एक्सऑर हुंदा हैगा, ये वरते जांदे हैगे। एंड दे विच की हो सकदा हैगा, मान लो एंड की है लॉजिकल एज वेल बिट एंड ऑपरेटर रिटर्न ट्रू इफ दी बोथ आर ऑपरेटर आर ट्रू। जेकर दोनों दी वैल्यू ट्रू हो सकदियां हैगियां तां ही ये कंडीशन ट्रू हो सकदी है। जेकर और दे विच आ गया और लॉजिकल ऑपरेटर आर बिटवाइज और ऑपरेटर रिटर्न दी वैल्यू ये ट्रू इफ एनी अदर टू ऑपरेटर इज ट्रू इफ इट डज नॉट परफॉर्म शॉर्ट सर्किट, ये शॉर्ट सर्किट होगी। नॉट दे विच की हुंदा हैगा, नॉट दे विच नॉट ऑपरेटर जिहड़ी वैल्यू दित्ती आ ओहदा नॉट हुंदा हैगा। आम तौर ते जेकर किसी बच्चे ने कीता होया तां आम तौर ते असीं बाइनरी नंबर कीते होणगे। बाइनरी नंबर दे विच इन्हां दी वरतों भी हुंदी हैगी आ 0 1 के 1 0 असीं बाइनरी नंबर कंप्यूटर दे विच जिहड़े वरतदे हैगे आ वो इन्हां दे थ्रू ही वरते जांदे हैगे आ, एंड और नॉट। ठीक है, ਉਹਨਾਂ ਦੀ XOR ਦੇ ਵਿੱਚ ਕੀ ਹੁੰਦਾ ਹੈ, XOR ਦੇ ਵਿੱਚ ਵੀ ਇਸੇ ਤਰ੍ਹਾਂ ਲੌਜੀਕਲ ਆਪਰੇਟਰ ਹੁੰਦੇ ਆ ਜਿਹੜੇ ਬਿਟ ਵਾਈਜ਼ ਲੌਜੀਕਲ ਐਕਸਕਲੂਸਿਵ ਦੇ ਵਿੱਚ ਵਰਤੇ ਜਾਂਦੇ ਆ, ਜਾਂ ਫਿਰ ਆਪਰੇਟਰ ਰਿਟਰਨ ਦੀ ਵੈਲਿਊ ਕਰਨ ਵਾਸਤੇ ਅਸੀਂ ਉਹਨਾਂ ਨੂੰ ਵਰਤ ਸਕਦੇ ਹਾਂ। ਹੁਣ ਇਹਦੀ ਮੈਂ ਐਗਜ਼ਾਮਪਲ ਲੈਣ ਵਾਸਤੇ ਤੁਹਾਨੂੰ ਇੱਧਰ ਐਗਜ਼ਾਮਪਲ ਕਰਨ ਵਾਸਤੇ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਨ ਦਿੱਤੀਆਂ ਹੈਗੀਆਂ। ਮੈਂ ਮੰਨ ਲਓ ਇੱਥੇ ਮੈਂ x ਦੀ ਵੈਲਿਊ ਟਰੂ ਲੈ ਲਈ ਹੈਗੀ ਹੈ, y ਦੀ ਵੈਲਿਊ ਮੈਂ ਫਾਲਸ ਲੈ ਲਈ, यानी कि x की वैल्यू सही हैगी है, y की वैल्यू गलत हैगी, तो इत्थे की हो जाऊगा x एंड y, यानी कि दोनों दे विचों एक दी वैल्यू गलत है, इसे करके ये फाल्स लिखा गया हैगा। x और यानी कि और y यानी कि एक वैल्यू ट्रू हो सकती हैगी, एक वैल्यू ट्रू है, एक फाल्स है, इसे करके इहनूं असीं ट्रू गिनते हैगे। नॉट दे विच की हुंदा, जेकर मान लो ओहदी नॉट हैगी है, ट्रू हैगी है, तो फाल्स हो सकती है, फाल्स है तो ट्रू हो सकती है, इसे करके इहनूं ਅਸੀਂ ਟਰੂ ਲਿਖਿਆ ਹੈਗਾ। ਅੱਗੇ ਕੀ ਹੈ, x always true, XOR ਦੇ ਵਿੱਚ ਕੀ ਹੁੰਦਾ ਹੈਗਾ, ਉਹਦੇ ਐਕਸਕਲੂਸਿਵ ਦੇ ਵਿੱਚ ਵਰਤਿਆ ਜਾਂਦਾ ਹੈਗਾ, ਇਸੇ ਕਰਕੇ ਇਹਦੀ ਵੈਲਿਊ ਅਸੀਂ ਟਰੂ ਗਿਣਿਆ ਹੈਗਾ, ਟਰੂ ਲਿਖਿਆ। ਆ ਮੈਂ ਛੋਟਾ ਜਿਹਾ ਇੱਕ ਇਹਦਾ ਵੀ ਪ੍ਰੋਗਰਾਮ ਤੁਹਾਨੂੰ ਮੈਂ ਸਮਝਾਉਣ ਵਾਸਤੇ ਲਿਖਿਆ ਹੈਗਾ, ਜਿਹੜੀ ਜਿਸ ਨਾਲ ਤੁਹਾਨੂੰ ਥੋੜਾ ਜਿਹਾ ਸਮਝ ਆਉਣ ਦੇ ਵਿੱਚ ਆਸਾਨੀ ਹੋਊਗੀ ਵੀ ਕਿਸ ਤਰ੍ਹਾਂ ਇਹਨੂੰ ਕੀਤਾ ਜਾ ਸਕਦਾ ਹੈਗਾ। ਇਹਦੇ ਵਿੱਚ x ਦੇ ਵਿੱਚ ਵੈਲਿਊ ਮੈਂ ਦੇ ਰੱਖੀਆਂ ਹੈਗੀਆਂ ਇਸ ਤਰ੍ਹਾਂ, ਜਿਵੇਂ ਮੈਂ ਪਹਿਲੇ ਪ੍ਰੋਗਰਾਮ ਦੇ ਵਿੱਚ ਦੇਖੀਆਂ ਸੀਗੀਆਂ, ਉਸੇ ਤਰ੍ਹਾਂ ਇਹਦੇ ਵਿੱਚ ਮੈਂ ਦੇ ਰੱਖੀਆਂ ਹੈਗੀਆਂ ਵੈਲਿਊ ਜਿਹੜੀਆਂ ਮੈਂ ਇਹਦੇ ਵਿੱਚ ਲਿਖ ਰੱਖੀਆਂ ਸੀਗੀਆਂ। ਆਊਟਪੁੱਟ ਦੇ ਰੱਖੀ ਹੈ x ਔਰ y ਦੀ, ਕੰਸੋਲੀਡੇਟ ਰਾਈਟ ਲਾਈਨ ਕਰ ਦਿੱਤੀ ਗਈ ਹੈਗੀ ਆ ਉਹਨੂੰ। ਫਿਰ ਆਊਟਪੁੱਟ ਨੋਟ ਦੇ ਰੱਖੀ ਹੈ ਮੈਂ ਉਹਦੀ ਫਾਲਸ ਕਰਕੇ, ਕੰਸੋਲੀਡੇਟ ਰਾਈਟ ਲਾਈਨ ਕਰ ਦਿੱਤੀ ਹੈ ਨੋਟ y ਨੂੰ, ਫਿਰ ਐਂਡ ਸਬਸਟੈਂਡ ਕਰਕੇ ਉਹਦੀਆਂ ਮੋਡਿਊਲ ਦੇ ਵਿੱਚ ਐਂਡ ਕਰ ਦਿੱਤਾ। ਇਹਦੀ ਮੈਂ ਆਊਟਪੁੱਟ ਹੁਣ ਮੈਂ ਦਿਖਾ ਦਿਆਂ ਤੁਹਾਨੂੰ ਵੀ ਕੀ ਆਉਂਦਾ ਹੈਗਾ। ਜਿਸ ਤਰ੍ਹਾਂ ਮੈਂ ਪਹਿਲਾਂ ਕੀਤਾ ਸੀ x ਐਂਡ y, ਜੇਕਰ ਦੋਨਾਂ ਦੇ ਵਿੱਚੋਂ ਦੋਨਾਂ ਦੀ ਵੈਲਿਊ ਟਰੂ ਹੁੰਦੀ ਹੈ ਤਾਂ ਉਹਨੂੰ ਅਸੀਂ ਟਰੂ ਗਿਣਾਂਗੇ, ਨਹੀਂ ਤਾਂ ਉਹ ਫਾਲਸ ਗਿਣਾਂਗੇ। ਜੇਕਰ ਅੱਗੇ ਕੀ ਹੈ x ਔਰ y, ਜੇਕਰ ਦੋਨਾਂ ਦੇ ਵਿੱਚੋਂ ਇੱਕ ਹੁੰਦਾ ਹੈਗਾ ਤਾਂ ਉਹਨੂੰ ਵੈਲਿਊ ਨੂੰ ਉਹ ਟਰੂ ਕਰ ਦਿੰਦਾ ਹੈਗਾ ਜਿਹੜੀ ਆਪਰੇਸ਼ਨ ਹੈ। x ਨੋਟ y ਯਾਨੀ ਕਿ ਜੇਕਰ ਉਹ ਯੈਸ ਹੈ, ਟਰੂ ਹੈ ਤਾਂ ਉਹਨੂੰ ਫਾਲਸ ਕਰ ਦਿੱਤੀ ਜਾਵੇਗੀ, ਫਾਲਸ ਹੈ ਤਾਂ ਉਹਨੂੰ ਟਰੂ ਕਰ ਦਿੱਤੀ ਜਾਵੇਗੀ, ਯਾਨੀ ਕਿ ਉਲਟ ਹੁੰਦਾ ਹੈਗਾ।
ਇਹਨੂੰ ਅਸੀਂ a ਬਾਰ ਦੇ ਨਾਲ ਵੀ ਲਿਖ ਸਕਦੇ ਹੈਗੇ ਆ, ਜਿਹੜੇ ਇਹਦੇ ਵਿੱਚ ਨੋਟ ਦੇ ਵਿੱਚ ਵਰਤਿਆ ਜਾਂਦਾ ਹੈ। ਅੱਗੇ ਆ ਕੇ ਸਾਡੇ ਕੋਲ ਅਸਾਈਨਮੈਂਟ ਆਪਰੇਟਰ। ਅਸਾਈਨਮੈਂਟ ਆਪਰੇਟਰ ਜੇ ਆਮ ਤੌਰ ਤੇ ਸਾਈਨ ਕਰਨ ਵਾਸਤੇ ਵੈਲਿਊ ਵਾਸਤੇ ਵਰਤਦੇ ਹੈਗੇ। ਸਾਈਨ ਆਪਰੇਟਰ ਆਰ ਯੂਜ਼ਡ ਟੂ ਸਾਈਨ ਦੀ ਵੈਲਿਊ ਆਫ BB, ਯਾਨੀ ਕਿ ਉਹਦੇ ਵਿੱਚ ਵੈਲਿਊ ਦੇ ਵਿੱਚ ਜਿਹੜੀਆਂ ਕੋਈ ਵੈਲਿਊ ਸਾਈਨ ਕਰਨੀ ਹੁੰਦੀ ਹੈ ਉਹਦੇ ਵਾਸਤੇ ਅਸੀਂ ਵਰਤਦੇ ਹੈਗੇ ਆ। ਮੰਨ ਲਓ ਇਹਦੇ ਵਿੱਚ x ਇੰਟੀਜਰ ਇਕੁਅਲ ਟੂ 7 ਹੈਗਾ, ਸਿੰਪਲ ਸਾਈਨ ਕੀਤਾ ਗਿਆ ਹੈਗਾ, ਜਿਹੜੀਆਂ ਵੈਲਿਊ ਨੂੰ ਰਾਈਟ ਸੱਜੇ ਹੱਥ 7 ਦੇ ਵੇਰੀਏਬਲ 7 ਯਾਨੀ ਕਿ 7 ਦੇ ਵੇਰੀਏਬਲ x ਦੇ ਵਿੱਚ ਡਿਫਾਈਨ ਕਰਦਾ ਹੈਗਾ। ਦਿਸ ਆਪਰੇਟਰ ਇਨ VBA ਲਾਈਕ x plus equal to 4 which addition mean ਯਾਨੀ ਕਿ ਜੋੜ ਕਰਨ ਵਾਸਤੇ ਐਡੀਸ਼ਨ ਮੀਨ ਵਾਸਤੇ ਵਰਤੇ ਜਾਂਦਾ ਹੈ। ਇਹਨਾਂ ਨੂੰ ਅਸੀਂ ਕੰਪਾਊਂਡ ਆਪਰੇਟਰ ਵੀ ਕਹਿ ਸਕਦੇ ਹੈਗੇ ਆ, ਜਿਹੜੇ ਇਹ ਵਰਤੇ ਜਾਂਦੇ ਹੈਗੇ ਆ। ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਮੀਨਸ ਕਰ ਸਕਦੇ ਹਾਂ, x plus equal to 4 equivalent to the adding of the 4 ਯਾਨੀ ਕਿ ਜੋ 4 ਨੰਬਰ ਜੋੜਨ ਵਾਸਤੇ ਇਹਦੇ ਵਿੱਚ ਵੇਰੀਏਬਲ x ਹੈਗਾ ਤੇ ਸਾਈਨ ਦੀ ਰਿਜ਼ਲਟ ਵੈਲਿਊ ਆਫ ਦੀ ਬੈਕ ਆਫ x ਹੈਗੀ। ਠੀਕ ਹੈ, ਇਹ ਹੈਗੀ ਆ ਅਸਾਈਨਮੈਂਟ ਆਪਰੇਟਰ ਦੀ ਪਰਿਭਾਸ਼ਾ, ਯਾਨੀ ਕਿ ਜੇ ਤੁਸੀਂ ਕਹਿਣਾ ਚਾਹੋ ਤਾਂ ਪਰਿਭਾਸ਼ਾ ਜਿਹੜੀ ਅਸੀਂ ਲਿਖਦੇ ਹਾਂ। ਇਹਨੂੰ ਮੈਂ ਅਸਾਈਨਮੈਂਟ ਆਪਰੇਟਰ ਕਿਹੜੇ ਵਰਤੇ ਜਾਂਦੇ ਹੈਗੇ ਆ ਉਹ ਮੈਂ ਤੁਹਾਨੂੰ ਦਿਖਾ ਰਿਹਾ ਹੈਗਾ। ਆ ਗਿਆ ਇਕੁਅਲ, ਪਲੱਸ ਇਕੁਅਲ, ਮਾਈਨਸ ਇਕੁਅਲ, ਸਟਾਰ ਇਕੁਅਲ ਟੂ। ਉਸੇ ਤਰ੍ਹਾਂ ਜਿਵੇਂ ਆਪਾਂ ਅਰਥਮੈਟਿਕ ਆਪਰੇਟਰ ਦੇ ਵਿੱਚ ਐਡ ਕੀਤੇ ਸੀਗੇ, ਭਾਗ ਵਾਲਾ ਚਿੰਨ ਜਿਹੜਾ ਅਸੀਂ ਇਹਦੇ ਵਿੱਚ ਹੈਸ਼ ਦੇ ਰੂਪ ਵਿੱਚ ਦਿਖਾਈ ਦਿੰਦਾ ਹੈਗਾ। ਇੰਟੀਜਰ ਆ ਗਿਆ ਸਾਡੇ ਕੋਲ, ਪਾਵਰ ਦੇਣ ਵਾਸਤੇ ਆ ਗਿਆ ਸਾਡੇ ਕੋਲ, ਅੱਗਾ ਲੈਸ ਦੈਨ ਇਕੁਅਲ ਟੂ, ਗ੍ਰੇਟਰ ਇਕੁਅਲ ਟੂ। ਇਹ ਸਾਰੇ ਆਪਰੇਟਰ ਹੈਗੇ ਆ ਜਿਹੜੇ ਅਸੀਂ ਵਰਤੇ ਜਾਂਦੇ ਹੈਗੇ ਆ ਇਹਦੇ ਵਿੱਚ। ਹੁਣ ਇਹਦੇ ਵਿੱਚ ਕੀ ਹੁੰਦਾ ਹੈ, x ਇਕੁਅਲ ਟੂ 4 ਦੇ ਵਿੱਚ ਅਸੀਂ ਇਹਨੂੰ ਇਸ ਤਰ੍ਹਾਂ ਡਿਫਾਈਨ ਕਰ ਸਕਦੇ ਹੈਗੇ ਆ। ਇਹਨੂੰ ਅਸੀਂ ਜੇਕਰ ਲਿਖਣਾ ਚਾਹੀਏ ਤਾਂ x ਇਕੁਅਲ ਟੂ ਅਸੀਂ y ਪਲੱਸ x ਵੀ ਕਰ ਸਕਦੇ ਹਾਂ। ਇਹਦਾ ਮਤਲਬ ਕੀ ਹੁੰਦਾ ਹੈ ਕਿ ਇਹਦੀ x ਦੀ ਵੈਲਿਊ ਸਟੋਰ ਕੀਤੀ ਜਾ ਸਕਦੀ ਹੈਗੀ ਹੈ ਇਹਦੇ ਵਿੱਚ। ਇਹਨੂੰ ਜੇਕਰ ਅਸੀਂ ਦੂਜੇ x ਇਕੁਅਲ ਟੂ x ਪਲੱਸ 4 ਲਿਖਦੇ ਹਾਂ ਤਾਂ ਇਹਨਾਂ ਨੂੰ ਕੀ ਹੁੰਦਾ, ਇਹਨਾਂ ਨੂੰ ਸੌਰਟ ਆਪਰੇਟਰ ਕਿਹਾ ਜਾਂਦਾ ਹੈਗਾ, ਯਾਨੀ ਕਿ ਜਿਹੜੀ x ਦੀ ਵੈਲਿਊ x ਪਲੱਸ 4 ਦੇ ਵਿੱਚ ਕਰਕੇ x ਦੇ ਵਿੱਚ ਸਟੋਰ ਕੀਤੀ ਜਾ ਸਕਦੀ। ਉਸੇ ਤਰ੍ਹਾਂ ਮਾਈਨਸ ਵਾਲਾ ਆ ਗਿਆ ਸਾਡੇ ਕੋਲੇ x ਮਾਈਨਸ 4, ਇਹਨੂੰ ਵੀ ਅਸੀਂ ਸੌਰਟ ਆਪਰੇਟਰ ਕਹਿੰਦੇ ਹੈਗੇ ਆ, ਸੌਰਟ ਆਪਰੇਟਰ ਜਿਹਦੇ ਵਿੱਚ ਵਰਤੇ ਜਾਂਦੇ ਆ। ਅੱਗੇ ਆ ਗਿਆ x ਇੰਟੂ ਸਟਾਰ, ਯਾਨੀ ਕਿ ਗੁਣਾ ਕਰਨ ਵਾਸਤੇ ਜਿਹੜੇ ਹੁੰਦੇ ਹੈਗੇ ਆ ਵਰਤੇ ਜਾਂਦੇ ਹੈਗੇ। x ਡਿਵਾਈਡਡ ਬਾਈ 4 ਆ ਗਿਆ, x ਪਾਵਰ ਆ ਗਿਆ, ਕੈਪ ਆ ਗਿਆ, ਡਿਟਰਮੀਨੈਂਟ ਆ ਗਿਆ। ਇਹ ਸਾਰੇ ਕਿਹੜੇ ਹੈਗੇ ਆ, ਸਾਈਨ ਆਪਰੇਟਰ ਹੈਗੇ ਆ, ਜਿਹੜੇ ਅਲੱਗ-ਅਲੱਗ ਵੈਲਿਊਆਂ ਨੂੰ ਸੌਰਟ ਆਪਰੇਟਰ ਦੇ ਤੌਰ ਤੇ ਸਾਈਨ ਕਰਨ ਵਾਸਤੇ, ਸਟੋਰ ਕਰਨ ਵਾਸਤੇ ਅਸੀਂ ਇਹਨੂੰ ਵਰਤ ਸਕਦੇ ਹੈਗੇ। ਅੱਗੇ ਥੋੜੇ ਜਿਹੇ ਮਿਸਲੇਨੀਅਸ ਜਿਹਨੂੰ ਅਸੀਂ ਕੰਸੈਂਟਰੇਸ਼ਨ ਵੀ ਆਪਰੇਟਰ ਵੀ ਕਹਿ ਸਕਦੇ ਹੈਗੇ ਆ। ਉਹ ਇੱਕ ਛੋਟਾ ਜਿਹਾ ਇੱਕ ਪ੍ਰੋਗਰਾਮ ਮੈਂ ਲਿਖ ਕੇ ਤੁਹਾਨੂੰ ਮੈਂ ਇਹਦੇ ਬਾਰੇ ਦੱਸਣਾ ਚਾਹੁੰਦਾ। ਜਿਵੇਂ ਐਂਡ ਜਾਂ ਡਾਲਰ ਦੇ ਵਿੱਚ ਅਸੀਂ ਮਿਸਲੇਨੀਅਸ ਆਪਰੇਟਰ ਦੇ ਵਿੱਚ ਅਸੀਂ ਵਰਤਦੇ ਹੈਗੇ ਆ। ਮੰਨ ਲਓ ਇੱਕ ਛੋਟਾ ਜਿਹਾ, ਮੰਨ ਲਓ ਡਿਨ ਨੇਮ 1, ਨੇਮ 2, ਫੁੱਲ ਨੇਮ ਐਜ਼ ਸਟ੍ਰਿੰਗ ਨੇਮ। ਠੀਕ ਹੈ, ਯਾਨੀ ਕਿ ਮੈਂ ਨੇਮ 1 ਕੇ ਨੇਮ ਨੂੰ ਫੁੱਲ ਦਿਖਾਉਣਾ ਚਾਹੁੰਦਾ ਤਾਂ ਉਹਦੇ ਲਈ ਮੈਂ ਇਹਦੀ ਵਰਤੋਂ ਕਰੂੰਗਾ। ਮੰਨ ਲਓ ਨੇਮ 1 ਮੈਂ ਕੀ ਕਰਤਾ, ਇੱਥੇ ITI ਦੇਤਾ ਹੈਗਾ, ਨੇਮ 2 ਮੈਂ ਬਠਿੰਡਾ ਦੇ ਦਿੱਤਾ ਹੈਗਾ। ਇਹਨੂੰ ਮੈਂ ਦਿਖਾਉਣ ਵਾਸਤੇ ਫੁੱਲ ਨੇਮ ਵਾਸਤੇ ਲਿਖ ਦਿੱਤਾ ਹੈਗਾ ਨੇਮ 1 ਚਿੰਨ ਪਾ ਕੇ ਨੇਮ 2। ਤਾਂ ਜਿਹੜੀ ਆਉਟਪੁੱਟ ਮੈਨੂੰ ਦਿਖਾਈ ਦੇਊਗੀ ਉਹ ਵੈਲਿਊ ਆਫ ਦੀ ਫੁੱਲ ਨੇਮ ਆਫ ITI ਬਠਿੰਡਾ ਦਿਖਾਈ ਦੇਊਗੀ, ਜਿਹੜੀ ਅਸੀਂ ਇਹਦੇ ਵਿੱਚ ਵਰਤ ਸਕਦੇ ਹੈਗੇ ਆ ਨੇਮ ਆਪਰੇਟਰ ਦੇ ਵਿੱਚ। ਇਹਨੂੰ ਅਸੀਂ ਮਿਸਲੇਨੀਅਸ ਆਪਰੇਟਰਸ ਵੀ ਕਹਿ ਸਕਦੇ ਹੈਗੇ ਆ, ਜਿਹੜੇ ਉਹਨਾਂ ਤੋਂ ਇਲਾਵਾ ਹੋਰ ਦੇ ਵਿੱਚ ਵਰਤੇ ਜਾਂਦੇ। ਇਹ ਸਾਰੇ ਆਪਰੇਟਰ ਹੈਗੇ ਆ ਜਿਹੜੇ ਅਸੀਂ BB ਦੇ ਵਿੱਚ ਵਰਤ ਸਕਦੇ ਹੈਗੇ। ਕੋਈ ਇਹਨਾਂ ਖਾਸ ਮੈਥ ਦੇ ਜਿਹੜੇ ਸਮ ਕੀਤੇ ਹੋਏ ਆ ਜਿਨ੍ਹਾਂ ਬੱਚਿਆਂ ਨੇ, ਉਹਨਾਂ ਲਈ ਇਹ ਬਹੁਤ ਹੀ ਆਸਾਨ ਹੈਗਾ। ਜੇਕਰ ਇਹਦੇ ਬਾਰੇ ਕਿਸੇ ਨੇ ਕੋਈ ਆਪਦਾ ਕੁਝ ਪੁੱਛਣਾ ਹੋਵੇ ਕਿਸੇ ਬੱਚੇ ਨੇ ਤਾਂ ਉਹ ਮੈਨੂੰ ਦੱਸ ਸਕਦਾ ਹੈਗਾ ਵੀ ਮੈਂ ਉਹਦੇ ਬਾਰੇ ਅਗਾ ਉਹਨਾਂ ਨੂੰ ਕਰ ਸਕਦਾ ਹੈਗਾ ਵੀ ਕਿਸ ਤਰ੍ਹਾਂ ਇਹਨੂੰ ਕਰਨਾ। ਹੈਲੋ ਸਟੂਡੈਂਟ, ਕੋਈ ਵੀ ਬੱਚਾ ਇਹਨਾਂ ਬਾਰੇ ਜਿਹੜਾ ਮੈਂ ਕਰਵਾਇਆ ਹੈਗਾ, ਜੇਕਰ ਇਹਨਾਂ ਬਾਰੇ ਕੋਈ ਵੀ ਪੁੱਛਣਾ ਚਾਹੁੰਦਾ ਹੈਗਾ, ਜਿਹੜਾ ਕੁਝ ਨਹੀਂ ਪਤਾ ਲੱਗਿਆ ਹੈਗਾ। ਹਾਂਜੀ ਬੱਚਿਓ, ਕਿਸੇ ਨੂੰ ਕੋਈ ਨਹੀਂ ਪਤਾ ਲੱਗਿਆ ਇਹਨਾਂ ਬਾਰੇ ਕੁਝ ਵੀ, ਜੇਕਰ ਕੋਈ ਚੀਜ਼ ਨਹੀਂ ਪਤਾ ਲੱਗੀ, ਕੋਈ ਚੀਜ਼ ਨਹੀਂ ਪਤਾ ਲੱਗੀ ਤਾਂ ਮੈਂ ਉਹਨੂੰ ਦੁਬਾਰਾ ਰਿਪੀਟ ਕਰ ਸਕਦਾ ਹੈਗਾ।
ਕੁਲਵਿੰਦਰ ਕੌਰ ਹੈਗੀ ਇੱਕ ਜਿਹੜੀ ਮੈਨੂੰ ਬੱਚਾ ਪੁੱਛਣਾ ਚਾਹੁੰਦਾ ਹੈਗਾ, ਆਪਦਾ ਮਾਈਕ ਔਨ ਕਰਕੇ ਪੁੱਛ ਸਕਦਾ ਹੈਗਾ ਬੱਚਾ। ਕੁਲਵਿੰਦਰ ਕੌਰ, ਗੁਰਮੀਤ ਕੌਰ ਹੈਗੀ ਹੈ। ਸਰ ਕੁਲਵਿੰਦਰ ਕੌਰ ਦਾ ਮਾਈਕ ਔਨ ਕਰ ਦਿੱਤਾ ਜਾਵੇ। ਗੁਰਮੀਤ ਕੌਰ ਹੈ ਇੱਕ ਬੱਚਾ। ਹੈਲੋ ਸਰ। ਹਾਂਜੀ ਸਰ ਆਪਾਂ ਸ਼ੁਰੂ ਕਰਿਆ ਸੀ ਨਾ ਜਿਹੜਾ ਮੋਡ ਐਮਓਡੀ ਮੋਡ, ਉਹਦੇ ਬਾਰੇ ਥੋੜਾ ਜਿਹਾ ਦੱਸਿਓ ਜੀ। ਕਿਹੜੇ ਬੱਚੋ, ਇੱਕ ਮਿੰਟ। ਆਹ ਚੀਜ਼ ਆ ਗਈ ਮੋਡ ਰਿਮਾਈਂਡਰ, ਆਹ ਰਿਮਾਈਂਡਰ ਬਾਰੇ ਆਹ ਚੀਜ਼। ਮੋਡ ਦੇ ਵਿੱਚ ਕੀ ਹੁੰਦਾ ਹੈਗਾ, ਮੰਨ ਲਓ ਤੁਸੀਂ ਮੈਥ ਦੇ ਵਿੱਚ ਸਵਾਲ ਕੱਢਦੇ ਹੁੰਦੇ ਸੀਗੇ ਪਹਿਲਾਂ ਸਾਰੇ ਬੱਚੇ, ਉਹਦੇ ਵਿੱਚ ਕੀ ਹੁੰਦਾ ਸੀਗਾ ਵੀ ਸਾਡੇ ਕੋਲੇ ਇੱਕ ਵੈਲਿਊ ਰਿਮਾਈਂਡਰ ਬਚ ਜਾਂਦੀ ਹੁੰਦੀ ਸੀ। ਮੰਨ ਲਓ ਮੈਂ ਜੇਕਰ ਫੋਰ ਐਗਜ਼ਾਮਪਲ ਲਵਾਂ 7 ਨੂੰ 2 ਤੇ ਭਾਗ ਦੇਵਾਂ ਤਾਂ ਕੀ ਹੁੰਦਾ ਹੈਗਾ, ਯਾਨੀ ਕਿ 7 3 ਦੂਣੀ 6, 6 ਤੇ ਚਲਾ ਜਾਂਦਾ ਹੈਗਾ ਤਾਂ ਇੱਕ ਰਿਮਾਈਂਡਰ ਥੱਲੇ ਇੱਕ ਬਚ ਜਾਂਦਾ ਹੈ। ਉਸ ਵੈਲਿਊ ਨੂੰ ਦਿਖਾਉਣ ਵਾਸਤੇ ਅਸੀਂ ਐਕਸ ਮੋਡ ਵਾਈ ਦੀ ਵਰਤੋਂ ਕਰਦੇ ਹਾਂ। ਇੰਟੀਜ਼ਰ ਮੰਨ ਲਓ ਉਹਨੂੰ ਰੋਂਗ ਫਿਗਰ ਦੇ ਵਿੱਚ ਦਿਖਾਉਣਾ ਹੈ, ਜੇਕਰ ਦਸ਼ਮਲਾਂ ਦੇ ਵਿੱਚ ਅਸੀਂ ਦਿਖਾ ਨਹੀਂ ਸਕਦੇ ਹੈਗੇ। ਮੰਨ ਲਓ 3.5 ਹੈ, ਮੰਨ ਲਓ ਆਪਾਂ ਜਦੋਂ 7 ਨੂੰ 2 ਨਾਲ ਭਾਗ ਕੀਤੀ ਤਾਂ ਉਹ ਕਿੰਨਾ ਪੂਰੀ ਜੇਕਰ ਭਾਗ ਤੇ ਅਸੀਂ ਮੰਨਣਾ ਹੋਵੇ ਤਾਂ ਉਹਦਾ ਆਨਸਰ ਕਿੰਨਾ ਆਉਂਦਾ ਹੈ, 3.5 ਆਉਂਦਾ ਹੈਗਾ। ਪਰ ਉਹਨੂੰ ਅਸੀਂ ਰੋਂਗ ਫਿਗਰ ਦੇ ਵਿੱਚ ਯਾਨੀ ਕਿ ਜੇਕਰ ਦੇਖਣਾ ਚਾਹੁੰਦੇ ਹੈਗੇ ਆ ਤਾਂ ਇੰਟੀਜ਼ਰ ਦੇ ਰਿਜ਼ਲਟ ਦੇ ਵਿੱਚ, ਤਾਂ ਉਹਨੂੰ ਅਸੀਂ 3 ਦੇ ਵਿੱਚ ਦੇਖਣਾ ਚਾਹੁੰਦੇ ਹਾਂ ਤਾਂ ਉਹਨੂੰ ਅਸੀਂ ਐਕਸ ਇੰਟੀਜ਼ਰ ਵਾਈ ਦੀ ਵਰਤੋਂ ਕਰਦੇ ਹਾਂ। ਉਸੇ ਤਰ੍ਹਾਂ ਜੇਕਰ ਮੋਡ ਦੇ ਵਿੱਚ ਦੇਖਣਾ ਚਾਹੁੰਦੇ ਹਾਂ ਐਕਸ ਮੋਡ ਵਾਈ ਤਾਂ ਉਹਨੂੰ ਅਸੀਂ ਇਸ ਤਰ੍ਹਾਂ ਉਹਦੀ ਵਰਤੋਂ ਕਰਦੇ ਹਾਂ। ਹੋਰ ਬੱਚਾ ਗੁਰਮੀਤ ਕੁਲਵਿੰਦਰ ਸਰ ਪਲੀਜ਼ ਗੁਰਮੀਤ ਕੌਰ ਤੇ ਕੁਲਵਿੰਦਰ ਮਾਈਕ ਔਨ ਕਰਿਓ। ਸਰ ਕੰਪੈਰੀਜ਼ਨ ਆਪਰੇਟਰ ਬਾਰੇ ਦੱਸਿਓ ਜੀ। ਕੰਪੈਰੀਜ਼ਨ ਆਪਰੇਟਰ ਬੱਚਿਓ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹੈਗਾ ਵੀ x = y, y ਦੀ ਵੈਲਿਊ x, ਜੇਕਰ ਅਸੀਂ ਜੇਕਰ ਐਗਜ਼ਾਮਪਲ ਦੇ ਤੌਰ ਤੇ ਦੇਖਾਂਗੇ ਤਾਂ ਤੁਹਾਨੂੰ ਛੇਤੀ ਸਮਝ ਆਊਗੀ। ਇਹਦੇ ਵਿੱਚ ਆਹ ਚਿੰਨ੍ਹ ਹੈ ਜਿਹੜੇ ਆਪਰੇਟਰ ਦੇ ਤੌਰ ਤੇ ਕੰਪੈਰੀਜ਼ਨ ਦੇ ਵਿੱਚ ਵਰਤੇ ਜਾਂਦੇ ਹੈਗੇ ਆ। ਮੰਨ ਲਓ x ਤੇ y ਆ ਗਿਆ, ਜੇਕਰ x ਦੀ ਵੈਲਿਊ 10 ਲਾ ਲਈਏ, ਅਸੀਂ y ਦੀ ਵੈਲਿਊ 20 ਲਾ ਲਈਏ ਤਾਂ ਇਹ ਦੋਨੇ ਕੀ ਆ, ਬਰਾਬਰ ਨਹੀਂ ਹੈਗੇ। ਯਾਨੀ ਕਿ x ਦੀ ਵੈਲਿਊ ਇੱਥੇ 10 ਹੈਗੀ ਹੈ, y ਦੀ ਵੈਲਿਊ 20 ਹੈਗੀ ਹੈ, ਤਾਂ ਇਹਦੇ ਇਹ ਕੀ ਹੈ, ਇਹ ਬਰਾਬਰ ਨਹੀਂ ਹੈਗੇ। ਇਸੇ ਕਰਕੇ ਮੈਂ ਇਹਨੂੰ ਨੋਟ ਟਰੂ ਲਿਖਿਆ ਵੀ ਇਹ ਬਰਾਬਰ ਨਹੀਂ ਹੈਗੇ, ਇਹ ਸਹੀ ਨਹੀਂ ਹੈਗਾ। ਜੇਕਰ ਅਸੀਂ ਲੈਸ ਦੈਨ ਤੇ ਗ੍ਰੇਟਰ ਦੈਨ ਲਿਖਦੇ ਹੈਗੇ ਆ ਟਰੂ, ਤਾਂ ਮੰਨ ਲਓ ਇੱਥੇ x ਦੀ ਵੈਲਿਊ ਮੈਂ 10 ਭਰ ਦਿੱਤੀ ਹੈ, y ਦੀ ਵੈਲਿਊ ਮੈਂ 20 ਭਰ ਦਿੱਤੀ ਹੈਗੀ ਹੈ, ਤਾਂ ਇਹਦਾ ਕੀ ਮਤਲਬ ਹੈ, ਇਹ ਚੀਜ਼ ਸਹੀ ਹੈ ਵੀ x y ਤੋਂ ਛੋਟਾ ਵੀ ਹੈ ਤੇ y ਤੋਂ ਵੱਡਾ ਵੀ ਹੈ। ਇਸੇ ਕਰਕੇ ਮੈਂ ਇਹਨੂੰ ਟਰੂ ਲਿਖਿਆ ਹੋਇਆ, ਇਹ ਟਰੂ ਹੈ। ਆ ਮੈਂ ਨੀਚੇ ਇੱਕ ਵੈਲਿਊ ਦੇ ਰੱਖੀ ਹੈ, ਵੈਲਿਊ ਆਫ x ਇਜ 10, ਵੈਲਿਊ ਆਫ y ਇਜ 20। ਨੈਕਸਟ ਸਾਡੇ ਕੋਲ ਕੰਡੀਸ਼ਨ ਆ ਜਾਂਦੀ ਹੈਗੀ ਆ x ਜਿਹੜਾ ਹੈਗਾ ਉਹ ਵੱਡਾ ਹੈਗਾ y ਤੋਂ। ਇਹ ਵੀ ਠੀਕ ਨਹੀਂ ਹੈਗਾ ਕਿਉਂਕਿ ਜੇਕਰ x ਦੀ ਵੈਲਿਊ 10 ਲੈਣੇ ਹੈਗੇ ਆ, y ਦੀ ਵੈਲਿਊ 20 ਲੈਣੇ ਹੈਗੇ ਆ ਅਸੀਂ, ਤਾਂ ਇਹ ਕੀ ਹੈ, ਇਹ ਕੰਡੀਸ਼ਨ ਠੀਕ ਨਹੀਂ ਹੈ। ਇਸੇ ਕਰਕੇ ਯਾਨੀ ਕਿ x ਦੀ ਵੈਲਿਊ 10 ਹੈਗੀ ਆ, y ਦੀ ਵੈਲਿਊ 20 ਹੈਗੀ ਆ, ਯਾਨੀ ਕਿ ਇਹ ਕੰਡੀਸ਼ਨ ਠੀਕ ਹੈਗੀ ਆ। ਇਸੇ ਕਰਕੇ ਮੈਂ ਇਹਨੂੰ ਇੱਥੇ ਟਰੂ ਲਿਖਿਆ ਹੈ। ਨੈਕਸਟ ਆ ਗਿਆ ਸਾਡੇ ਕੋਲ x <= y, ਵੈਲਿਊ ਤਾਂ ਇਹ ਵੀ ਅਸੀਂ ਠੀਕ ਨਹੀਂ ਮੰਨ ਸਕਦੇ। ਅਗਰ ਜਿਹੜਾ ਹੈਗਾ ਛੋਟਾ ਹੈਗਾ y ਨੂੰ ਅਸੀਂ ਵੈਲਿਊ ਠੀਕ ਲਿਖਾਂਗੇ। ਜੇਕਰ ਆ ਵੈਲਿਊ ਕਲੀਅਰ ਹੋ ਜਾਣਗੇ ਇਹਦੇ ਵਿੱਚ, ਤਾਂ ਹੀ ਮੈਂ ਨੀਚੇ ਤੇ ਇਹਨਾਂ ਦੀ ਵੈਲਿਊ ਫੋਰ ਐਗਜ਼ਾਮਪਲ ਦੇ ਤੌਰ ਤੇ ਲਿਖ ਦਿੱਤਾ ਹੈਗਾ। ਇਹਦੇ ਲਈ ਮੈਂ ਛੋਟਾ ਜਿਹਾ ਪ੍ਰੋਗਰਾਮ ਵੀ ਲਿਖਿਆ ਹੈਗਾ ਤੁਹਾਨੂੰ ਸਮਝਣ ਵਾਸਤੇ। x ਦੀ ਵੈਲਿਊ 10 20 ਦੀ ਵੈਲਿਊ 20 ਲਿਖਤੀ ਹੈ, ਇਹਦੇ ਵਿੱਚ ਮੈਂ ਵੈਲਿਊ ਦੇ ਵਿੱਚ ਹਰੇਕ ਦੇ ਵਿੱਚ ਲਿਖਿਆ ਹੋਇਆ ਉਹਨੂੰ ਡਿਫਾਈਨ ਕੀਤਾ ਹੋਇਆ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਜਦੋਂ ਮੈਂ ਇਹਨੂੰ ਆਊਟਪੁੱਟ ਦੇਖੂੰਗਾ ਤਾਂ ਆਹੀ ਚੀਜ਼ਾਂ ਮੈਨੂੰ ਕੋਲੇ ਉਹੀ ਚੀਜ਼ਾਂ ਮੈਨੂੰ ਇੱਥੇ ਦਿਖਾਈ ਦੇਣਗੀਆਂ। ਇੱਥੋਂ ਵੀ ਤੁਹਾਨੂੰ ਇਹ ਚੀਜ਼ਾਂ ਕਲੀਅਰ ਹੋ ਜਾਣਗੀਆਂ ਟਰੂ ਫਾਲਸ। ਜੇਕਰ x ਦੀ ਵੈਲਿਊ ਮੈਂ 10 ਭਰ ਦਿੰਦਾ, y ਦੀ ਵੈਲਿਊ 20 ਭਰ ਦਿੰਦਾ, ਤਾਂ ਆਹ ਚੀਜ਼ਾਂ ਤੁਹਾਨੂੰ ਸਾਰੇ ਡਾਊਟ ਕਲੀਅਰ ਹੋ ਜਾਣਗੇ। ਇੱਥੋਂ ਤੁਹਾਨੂੰ ਪਤਾ ਲੱਗ ਜੂਗਾ ਮੈਥ ਦੇ ਹਿਸਾਬ ਦੇ ਨਾਲ।
ਹੋਰ ਬੱਚਾ? ਇੱਕ ਸਾਰਾ ਔਰ ਤੇ ਨਾਟ ਔਰ ਵਾਲਾ ਜੀ, ਉਹ ਆਪਰੇਟਰ ਜੀ। ਅੱਛਾ, ਔਰ ਤੇ ਨਾਟ ਆਪਰੇਟਰ ਵਾਲਾ। ਹਾਂਜੀ। ਔਰ ਦੇ ਵਿੱਚ ਕੀ ਹੁੰਦਾ ਹੈਗਾ? ਔਰ ਦੇ ਵਿੱਚ ਅਸੀਂ ਕੀ ਹੁੰਦੇ ਆ, ਕੋਈ ਵੀ ਜਿਹੜੇ ਆਪਰੇਟਰ ਹੁੰਦੇ ਹੈਗੇ ਆ, ਮੰਨ ਲਓ ਇੱਥੇ ਦੋ ਵੈਲਿਊ ਲੈ ਲੈਂਦੇ ਆ, ਫੋਰ ਐਗਜ਼ਾਮਪਲ x ਕੇ y। x ਕੇ y ਨੂੰ ਮੰਨ ਲਓ ਮੈਂ ਕੀ ਮੰਨ ਲੈਣਾ, x ਨੂੰ ਮੰਨ ਲੈਣਾ 2, ਫਾਲਸ ਨੂੰ ਮੰਨ ਲੈਣਾ ਮੈਂ, y ਨੂੰ ਮੰਨ ਲੈਣਾ ਮੈਂ ਸੌਰੀ ਫਾਲਸ। ਤਾਂ ਉੱਥੇ ਕੀ ਹੋਊਗਾ, ਜੇਕਰ ਇਹ ਦੋਨੇ ਵੈਲਿਊ ਇੱਕ ਵੀ ਟਰੂ ਹੋਈ ਤਾਂ ਉਹਦਾ ਕੀ ਕਰ ਦਿੱਤਾ ਜਾਂਦਾ, ਟਰੂ ਕਰ ਦਿੱਤਾ ਜਾਂਦਾ ਹੈਗਾ। ਜੇਕਰ ਇਸੇ ਕਰਕੇ ਇੱਥੇ ਵੈਲਿਊ ਅਸੀਂ ਟਰੂ ਲਿਖੀ ਹੈਗੀ ਹੈ, x ਦੀ ਵੈਲਿਊ ਮੈਂ ਕੀ ਕਰਦੀ ਇੱਥੇ ਟਰੂ ਲਿਖ ਲਈ ਹੈਗੀ ਹੈ, y ਦੀ ਵੈਲਿਊ ਮੈਂ ਫਾਲਸ ਲਿਖ ਲਈ ਹੈਗੀ ਹੈ। ਜੇਕਰ ਮੈਂ ਇਹਨਾਂ ਦੀ ਕਰ ਦਿੱਤਾ ਜਾਂਦਾ ਤਾਂ ਰਿਟਰਨ ਵੈਲਿਊ ਸਾਡੇ ਕੋਲ ਕੀ ਆਊਗੀ, ਟਰੂ ਆਊਗੀ ਸਾਡੇ ਕੋਲ। ਇਹ ਆਮ ਤੌਰ ਤੇ ਹਨਾ ਜਿਹੜੇ ਐਂਡ ਔਰ ਕੇ ਨੋਟ ਗੇਟ ਹੁੰਦੇ ਆ, ਇਹ ਇਲੈਕਟ੍ਰੋਨਿਕ ਦਾ ਇੱਕ ਪਾਰਟ ਹੈਗਾ ਜਿਹਦੇ ਵਿੱਚ a+b, b a ਪ੍ਰਿੰਟਸ b, ਇਹ ਹੈਸ਼ ਉੱਤੇ ਤੌਰ ਤੇ ਅਸੀਂ ਵਰਤਦੇ ਹਾਂ। ਉਹਦੇ ਵਿੱਚ ਇਹ ਵੈਲਿਊ ਜਦੋਂ ਅਸੀਂ ਸਟੋਰ ਕਰਦੇ ਹੈਗੇ ਆ ਤਾਂ ਉਹਦਾ ਰਿਜ਼ਲਟ ਸਾਨੂੰ ਇੱਥੇ ਦਿਖਾਈ ਦਿੰਦਾ ਹੈਗਾ ਵੀ ਕੀ ਹੁੰਦਾ ਹੈ, ਯਾਨੀ ਕਿ ਉਲਟ। ਨੋਟ ਦੇ ਵਿੱਚ ਕੀ ਹੁੰਦਾ ਹੈਗਾ, ਮੰਨ ਲਓ ਸਾਡੇ ਕੋਲ ਜਿਵੇਂ ਅਸੀਂ ਬਾਈਨਰੀ ਨੰਬਰ ਕੰਪਿਊਟਰ ਦੇ ਵਿੱਚ ਕੀਤੇ ਸੀਗੇ, ਜੇਕਰ ਉਹਦੇ 'ਚ ਅਸੀਂ 0 ਵੈਲਿਊ ਪਾਉਣੇ ਹੈਗੇ ਆ ਤਾਂ ਉਹ ਕੀ ਕਰਦਾ, 1 ਡਿਫਾਈਨ ਕਰਦਾ, ਯਾਨੀ ਕਿ ਉਲਟ। ਜੇਕਰ 1 ਪਾਉਣੇ ਆ ਤਾਂ ਉਹ 0 ਡਿਫਾਈਨ ਕਰਦਾ। ਇਸੇ ਤਰ੍ਹਾਂ ਇੱਥੇ ਵੀ ਜੇਕਰ ਅਸੀਂ x ਦੀ ਵੈਲਿਊ ਫਾਲਸ ਪਾ ਦਿੰਦੇ ਆ ਤਾਂ ਉਹ ਟਰੂ ਕਰੂਗਾ, ਜੇਕਰ ਫਾਲਸ ਪਾ ਦਿੰਦੇ ਆ ਤਾਂ ਉਹ ਟਰੂ ਕਰੂਗਾ। ਇਸੇ ਕਰਕੇ ਇਹ ਕੰਡੀਸ਼ਨ ਵੀ ਠੀਕ ਹੈਗੀ, ਇਸੇ ਕਰਕੇ ਮੈਂ ਇਹਨੂੰ ਟਰੂ ਲਿਖਿਆ ਹੈ। ਹੋਰ ਬੱਚਾ? ਗੁਰਮੀਤ ਕੌਰ ਲਾਸਟ ਵਾਲਾ ਆਪਰੇਟਰ ਵੀ ਦੱਸ ਦਿਓ ਜੀ। ਇਹਦੇ ਵਿੱਚ ਯਾਨੀ ਕੀ ਹੈ, ਮੈਂ ਇੱਕ ਛੋਟਾ ਜਿਹਾ ਇੱਕ ਪ੍ਰੋਗਰਾਮ ਲਿਖਿਆ ਹੈਗਾ ਬੱਚਿਓ। ਇਹਦੇ ਵਿੱਚ ਕੀ ਹੁੰਦਾ ਹੈਗਾ, ਮੰਨ ਲਓ ਇੱਕ ਦੋ ਨੇਮ ਹੈਗੇ ਆ, ਮੈਂ ਉਹਨਾਂ ਨੂੰ ਇਕੱਠਾ ਲਿਖਣ ਕੇ ਡਿਫਾਈਨ ਕਰਨਾ ਚਾਹੁੰਦਾ ਹੈਗਾ। ਉਹਦੇ ਲਈ ਸਾਡੇ ਕੋਲ ਇਹ ਆਪਰੇਟਰ ਦੀ ਵਰਤੋਂ ਕੀਤੀ ਜਾਂਦੀ ਹੈਗੀ ਹੈ। ਮੰਨ ਲਓ ਮੈਂ ਛੋਟਾ ਜਿਹਾ ਇੱਕ ਪ੍ਰੋਗਰਾਮ ਲਿਖਿਆ, ਮੰਨ ਲਓ dim name1। ਇੱਥੇ ਨੇਮ ਦੀ ਥਾਂ ਤੇ x ਕੇ y, ਜਿਵੇਂ ਅਸੀਂ ਪਹਿਲਾਂ ਵੈਲਿਊ ਲੈਂਦੇ ਹੁੰਦੇ ਸੀ x y, ਉੱਥੇ ਮੈਂ ਕੀ ਲੈ ਲਿਆ ਹੈਗਾ, name1 ਤੇ name2 ਲੈ ਲਿਆ। ਯਾਨੀ ਕਿ ਜਦੋਂ ਕੋਈ ਵੀ ਚੀਜ਼ ਅਸੀਂ ਲਿਖਦੇ ਹਾਂ ਪਹਿਲਾਂ ਉਹਦੀਆਂ ਵੈਲਿਊ ਤਾਂ ਸਾਨੂੰ ਲੈਣੀਆਂ ਪੈਂਦੀਆਂ ਨਾ, ਫਿਰ ਹੀ ਅਸੀਂ ਉਹਨੂੰ ਡਿਫਾਈਨ ਕਰਦੇ ਹਾਂ, ਫਿਰ ਉਹਨੂੰ ਅਸੀਂ ਲਿਖ ਸਕਦੇ ਹੈਗੇ। ਇਹਨੂੰ ਮੈਂ ਸਟ੍ਰਿੰਗ ਦੇ ਰੂਪ ਵਿੱਚ ਲਿਖਿਆ ਹੈਗਾ। ਮੰਨ ਲਓ name1 ਦੀ ਵੈਲਿਊ ਮੈਂ ਕੀ ਲਿਖਤੀ ਹੈਗੀ ਆ, ITI, ਯਾਨੀ ਕਿ ITI। name2 ਦੀ ਵੈਲਿਊ ਮੈਂ ਲਿਖਤੀ ਹੈਗੀ ਆ ਬਠਿੰਡਾ, ਤੇ ਉਹਨੂੰ ਮੈਂ ਫੁੱਲ ਨੇਮ ਦੇ ਵਿੱਚ ਜੇਕਰ ਜੋੜ ਕੇ ਲਿਖਣਾ ਚਾਹੁੰਦਾ ITI ਬਠਿੰਡਾ, ਤਾਂ ਉਹਨੂੰ ਮੈਂ ਕਿਸ ਤਰ੍ਹਾਂ ਲਿਖੂੰਗਾ, ਇਸ ਤਰ੍ਹਾਂ ਮੈਂ ਲਿਖ ਦੂੰਗਾ। ਤੇ ਜੀ ਇਹਦੀ ਆਊਟਪੁੱਟ ਆਊਗੀ ਮੇਰੇ ਕੋਲੇ, ਉਹ ਇਸ ਤਰ੍ਹਾਂ ਆਊਗੀ, ITI ਬਠਿੰਡਾ। ਇੱਥੇ ਕੋਈ ਵੀ ਹੋ ਸਕਦਾ, ਮੰਨ ਲਓ ਤੁਹਾਡਾ ਨਾਮ ਹੈਗਾ ਕੁਲਵਿੰਦਰ ਕੌਰ, ਤਾਂ ਜੇਕਰ ਮੈਂ ਇਹਨੂੰ ਇਕੱਠਾ ਲਿਖਣਾ ਚਾਹੁੰਦਾ ਕੁਲਵਿੰਦਰ ਕੌਰ, ਤਾਂ ਉਹਨੂੰ ਮੈਨੂੰ ਇੱਥੇ ਇਸ ਤਰ੍ਹਾਂ ਡਿਫਾਈਨ ਕਰਨਾ ਪਊਗਾ। name1 ਦੇ ਵਿੱਚ ਕੁਲਵਿੰਦਰ ਭਰਨਾ ਪਊਗਾ, name2 ਦੇ ਵਿੱਚ ਕੌਰ ਭਰਨਾ ਪਊਗਾ, ਫੁੱਲ ਨੇਮ ਕੁਲਵਿੰਦਰ ਕੌਰ, ਯਾਨੀ ਕਿ ਆਹੀ ਹੋ ਗਿਆ ITI ਬਠਿੰਡਾ। ਠੀਕ ਹੈ ਬੱਚਿਓ? ਹੋਰ ਕਿਸੇ ਨੂੰ ਕੋਈ ਸਵਾਲ ਹੋਵੇ, ਆਪਦਾ ਕੋਈ ਚੀਜ਼ ਨਹੀਂ ਪਤਾ ਲੱਗਿਆ ਹੋਵੇ? ਕਿਰਨ ਜੀ ਬੱਚਿਓ ਹੋ ਗਿਆ ਸਰ, ਕਲੀਅਰ ਜੀ। ਹੋ ਗਿਆ? ਹੋਰ ਕੋਈ ਬੱਚਾ ਜਿਹੜਾ ਨਹੀਂ ਕਰਨਾ ਚਾਹੁੰਦਾ, ਕਿਸੇ ਨੂੰ ਕੁਝ ਨਹੀਂ ਡਾਊਟ, ਕਿਹੜਾ ਕੋਈ ਬੱਚਾ ਜਿਹੜਾ ਨਹੀਂ ਪਤਾ ਲੱਗਿਆ ਕੋਈ ਵੀ? ਜੇਕਰ ਕੋਈ ਵੀ ਚੀਜ਼ ਨਹੀਂ ਪਤਾ ਲੱਗੀ ਤਾਂ ਉਹਨੂੰ ਦੁਬਾਰਾ ਪੁੱਛ ਸਕਦਾ ਹੈਗਾ। ਵੈਸੇ ਤਾਂ ਇਹ ਇੱਕ ਤਰ੍ਹਾਂ ਦੇ ਮੈਥ ਦੇ ਜਿਹੜੇ ਅਸੀਂ ਸਵਾਲ ਜਿਨ੍ਹਾਂ ਬੱਚਿਆਂ ਨੇ ਕੀਤਾ ਹੋਇਆ ਉਹਨਾਂ ਲਈ ਸਮਝਣ ਲਈ ਬਹੁਤ ਹੀ ਆਸਾਨੀ ਹੁੰਦੀ ਹੈਗੀ ਹੈ। ਮੈਥ ਦੇ ਵਿੱਚ ਆਪਾਂ ਜਿਹੜੇ ਸਵਾਲ ਕਰਦੇ ਸੀਗੇ ਐਡੀਸ਼ਨ, ਸਮ, ਸਬਟ੍ਰੈਕਸ਼ਨ ਦੇ, ਉਹੀ ਚੀਜ਼ਾਂ ਇਹਦੇ ਵਿੱਚ ਲਾਗੂ ਕੀਤੀਆਂ ਗਈਆਂ ਹੈਗੀਆਂ। ਉਹਨੂੰ ਕੰਪਿਊਟਰ ਦੇ ਵਿੱਚ ਦਰਸਾਉਣ ਵਾਸਤੇ ਉਹਨਾਂ ਨੂੰ ਆਪਰੇਟਰ ਦੇ ਰੂਪ ਵਿੱਚ ਦਿਖਾਇਆ ਗਿਆ ਹੈਗਾ। ਕਿਵੇਂ ਕਿਵੇਂ ਅਸੀਂ ਉਹਨਾਂ ਨੂੰ ਵਰਤ ਸਕਦੇ ਹਾਂ, ਜੋੜ ਘਟਾਓ ਨੂੰ, ਪਾਵਰ ਨੂੰ, ਉਹਦੀ ਮੋਡ ਦੇ ਵੈਲਿਊ ਨੂੰ, ਅਸੀਂ ਜਿਹੜੀਆਂ ਵੈਲਿਊ ਅਸੀਂ ਡਿਫਾਈਨ ਕਰਨੀਆਂ ਹੈਗੀਆਂ ਉਹ ਅਸੀਂ ਇਹਦੇ ਵਿੱਚ ਅਸੀਂ ਵਰਤ ਸਕਦੇ ਹੈਗੇ। ਹੋਰ ਕਿਸੇ ਬੱਚੇ ਦਾ ਕੋਈ ਵੀ ਡਾਊਟ ਹੋਇਆ ਤਾਂ ਉਹ ਕਰ ਸਕਦਾ ਹੈਗਾ, ਕਲੀਅਰ ਕਰ ਸਕਦਾ ਹੈਗਾ। ਸਰ ਕਿਸੇ ਬੱਚੇ ਦਾ ਕੋਈ ਹੋਰ ਕੋਈ ਡਾਊਟ ਹੋਵੇ ਤਾਂ? ਹੋਰ ਕਿਸੇ ਬੱਚੇ ਦਾ ਕੋਈ ਵੀ ਡਾਊਟ ਹੋਵੇ ਤਾਂ?
ਜਿਹੜਾ ਬੱਚਾ ਕੋਈ ਵੀ ਕੁਐਸਚਨ ਪੁੱਛਣਾ ਚਾਹੁੰਦਾ ਹੈਗਾ। ਬੱਚਿਓ ਕਿਸੇ ਨੂੰ ਕੋਈ ਚੀਜ਼ ਨਹੀਂ ਪਤਾ ਲੱਗੀ ਤਾਂ ਉਹ ਆਪਦਾ ਕਰਕੇ ਪੁੱਛ ਸਕਦਾ ਹੈਗਾ। ਮੈਂ ਇੱਕ ਵਾਰੀ ਦੁਬਾਰਾ ਰਿਪੀਟ ਦਿਖਾ ਰਿਹਾ ਹੈਗਾ ਤੁਹਾਨੂੰ। ਜੇਕਰ ਕੋਈ ਵੀ ਚੀਜ਼ ਹੈ ਜੇ ਦੁਬਾਰਾ ਨਹੀਂ ਤੁਹਾਨੂੰ ਸਮਝ ਲੱਗੀ ਤਾਂ ਉਹ ਤੁਸੀਂ ਦੁਬਾਰਾ ਵੀ ਪੁੱਛ ਸਕਦੇ ਹੈਗੇ ਮੇਰੇ ਤੋਂ। ਇਹ ਐਗਜ਼ਾਮਪਲ ਹੈਗੀ ਆਪਣੇ ਕੋਲ ਕੰਪੈਰੀਜ਼ਨ ਆਪਰੇਟਰ ਦੀ। ਇਹ ਅਸੀਂ ਉਹਦੀ ਆਉਟਪੁੱਟ ਬਣਾ ਰੱਖੀ ਹੈਗੀ ਹੈ। ਲੌਜੀਕਲ ਆਪਰੇਟਰਸ ਅਸੀਂ ਯੂਜ਼ ਕੀਤੇ ਹੈਗੇ ਆ ਐਂਡ ਔਰ ਨੋਟ ਐਕਸ ಯಾರು ಇವ್ರ ಅದ 3 ಗಂಟೆ ਕੁਝ ਮੈਂ ਸਾਈਟਾਂ ਦੇ ਰੱਖੀਆਂ। ਜੇਕਰ ਤੁਹਾਨੂੰ ਕੋਈ ਹੋਰ ਹੈਲਪ ਚਾਹੀਦੀ ਹੈ ਤਾਂ ਇਹਨਾਂ ਤੋਂ ਵੀ ਤੁਸੀਂ ਇਹ ਡਾਊਨਲੋਡ ਕਰਕੇ ਇਹਨਾਂ ਤੋਂ ਸਾਈਟਾਂ ਤੋਂ ਤੁਸੀਂ ਆਪਦਾ ਜਾਣਕਾਰੀ ਦੇ ਵਿੱਚ ਵਾਧਾ ਕਰ ਸਕਦੇ ਹੈਗੇ ਹੋ। ਜੇਕਰ ਕੋਈ ਬੱਚੇ ਨੂੰ ਕੋਈ ਡਾਊਟ ਹੁੰਦਾ ਹੈਗਾ ਨਹੀਂ ਵੀ ਚਲੋ ਕੁਝ ਨਹੀਂ ਪਤਾ ਜਾਂ ਕੁਝ ਦੁਬਾਰਾ ਰਿਪੀਟ ਕਰਨਾ ਚਾਹੁੰਦਾ ਹੈਗਾ ਤਾਂ ਉਹ ਵੀ ਆਪਣਾ ਇਹਦੇ ਤੋਂ ਸਹਾਇਤਾ ਲੈ ਸਕਦਾ ਹੈਗਾ ਨੈਟ ਤੋਂ YouTube ਦੇ ਵਿੱਚੋਂ। ਜੇਕਰ ਕਿਸੇ ਨੂੰ ਕੋਈ ਨਈ ਚੀਜ਼ ਡਾਊਟ ਹੈਗੀ ਹੈ ਜਿਹੜੇ ਕੋਈ ਕਲੀਅਰ ਨਹੀਂ ਹੋਇਆ ਕਿਊਰੀ ਹੈਗੀ ਹੈ ਤਾਂ ਉਹ ਦੱਸ ਸਕਦਾ ਹੈਗਾ। ਬਲਵਿੰਦਰ ਸਰ ਇੱਕ ਚੈਟ ਬਾਕਸ ਵਿੱਚ ਸਟੂਡੈਂਟ ਦਾ ਆਇਆ ਕਿ ਮੋਡ ਵਾਲਾ ਚਾਰਟ ਪਲੀਜ਼ ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿਓ। ਮੋਡ ਵਾਲਾ ਜੀ ਮੋਡ ਵਾਲਾ ਬੱਚਿਓ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵਾਰੀ ਪਰਿਭਾਸ਼ਾ ਐਗਜ਼ਾਮਪਲ ਦੇ ਚੁੱਕਾ ਹੈਗਾ। ਮੰਨ ਲਓ ਇਹ ਇੱਕ ਮੈਥ ਦੇ ਸਵਾਲ ਵਾਂਗੂ ਹੀ ਹੈਗਾ। ਜਿਵੇਂ ਅਸੀਂ ਕੋਈ ਵੀ 2 ਨੰਬਰ ਲੈਣੇ ਹੈਗੇ ਆ, ਜਦੋਂ ਨੰਬਰ ਲੈਣੇ ਹੈਗੇ ਆ ਤਾਂ ਉਹਦੇ ਵਿੱਚ ਸਾਡੇ ਕੋਲੇ ਥੱਲੇ ਇੱਕ ਬਾਕੀ ਬਚ ਜਾਂਦੇ ਹੈਗੇ ਆ। ਪੰਜਾਬੀ ਦੇ ਵਿੱਚ ਅਸੀਂ ਕੀ ਕਹਿੰਦੇ ਆ ਜਦੋਂ ਅਸੀਂ ਸਵਾਲ ਦਾ ਭਾਗ ਦਾ ਸਵਾਲ ਕੱਢਦੇ ਹੈਗੇ ਆ ਥੱਲੇ ਕਿੰਨੇ ਬਾਕੀ ਬਚੇ, ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਰਿਮਾਈਂਡਰ ਵੈਲਿਊ ਵੀ ਕਿਹਾ ਜਾਂਦਾ ਹੈਗਾ। ਫੋਰ ਐਗਜ਼ਾਮਪਲ ਮੈਂ ਕਹਿੰਦਾ ਤੁਹਾਨੂੰ ਮੰਨ ਲਓ 9 ਹੈ, 9 ਨੂੰ ਅਸੀਂ ਜੇਕਰ 2 ਤੇ ਭਾਗ ਕਰਦੇ ਹੈਗੇ ਆ ਤਾਂ ਕਿੰਨੇ ਤੇ ਜਾਂਦਾ ਉਹ 9 ਤੇ ਪੂਰੀ ਵੈਲਿਊ ਵੰਡੀ ਨਹੀਂ ਜਾ ਸਕਦੀ। ਉਹਨੂੰ ਅਸੀਂ 4 ਤੇ ਵੰਡਦੇ ਆ। 4 ਦੂਣੀ 8, 8 ਜਦੋਂ ਲਾ ਦਿੰਦੇ ਆ ਤਾਂ ਉਹ ਆਨਸਰ ਸਾਡਾ 4 ਆ ਜਾਂਦਾ, ਥੱਲੇ ਇੱਕ ਬਾਕੀ ਬਚ ਜਾਂਦਾ ਹੈਗਾ। ਉਸ ਰਿਮਾਈਂਡਰ ਵੈਲਿਊ ਨੂੰ ਅਸੀਂ ਡਿਫਾਈਨ ਕਰਨ ਵਾਸਤੇ ਇਸ ਦੀ ਵਰਤੋਂ ਕਰਦੇ ਹੈਗੇ ਆ x ਮੋਡ y। ਠੀਕ ਹੈ, ਆ ਜਿਹੜਾ ਸਵਾਲ ਹੈਗਾ ਮੈਂ ਮੰਨ ਲਓ ਇੱਥੇ ਮੇਰੇ ਕੋਲੇ x ਦੀ ਵੈਲਿਊ 15 ਲਈ ਗਈ ਸੀ, y ਦੀ ਵੈਲਿਊ ਮੇਰੇ ਕੋਲੇ 3 ਲਈ ਗਈ ਸੀ। ਜਦੋਂ ਅਸੀਂ 15 ਨੂੰ 3 ਤੇ ਭਾਗ ਦਿੱਤੀ ਤਾਂ ਇੱਥੇ ਵੈਲਿਊ ਸਾਡੇ ਕੋਲੇ ਕੀ ਬਚੂਗੀ 0 ਬਚੂਗੀ। ਤਾਂ ਹੀ ਮੈਂ ਇੱਥੇ ਮੋਡ ਦੀ ਵੈਲਿਊ 0 ਲਿਖੀ ਹੋਈ ਹੈ। ਜੇਕਰ ਮੈਂ ਇੱਥੇ ਵੈਲਿਊ 9 ਲੈ ਲੈਂਦਾ, ਇੱਥੇ 2 ਲੈ ਲੈਂਦਾ ਤਾਂ ਸਾਡੇ ਕੋਲੇ ਕਿੰਨਾ ਵੈਲਿਊ ਬਚਣੀ ਸੀ 1 ਬਚਣੀ ਸੀ। ਇੱਥੇ ਸਾਡੇ ਕੋਲ ਕਿੰਨਾ ਬਚਣਾ ਸੀਗਾ ਭਾਗ ਕਰਕੇ 4 ਬਚਣਾ ਸੀਗਾ। ਹੁਣ ਇਹੀ ਚੀਜ਼ ਜੇਕਰ ਮੈਂ ਇੱਥੇ ਲਾਗੂ ਕਰਾਂ x ਦਾ ਇੰਟੀਜਰ ਦੇ ਵਿੱਚ, ਇੱਥੇ ਜੇਕਰ ਮੈਂ ਰੌਂਗ ਫਿਗਰ ਦੇ ਵਿੱਚ ਇਹਦਾ ਆਨਸਰ ਲੈਣਾ ਹੈਗਾ ਤਾਂ ਕਿਵੇਂ ਕਰੂੰਗਾ 9 ਨੂੰ ਜਦੋਂ ਮੈਂ 2 ਤੇ ਭਾਗ ਦਿੱਤਾ ਤਾਂ 4 ਦੂਣੀ 8, 8 ਦਾ ਲੱਗਿਆ 8 ਯਾਨੀ ਕਿ 1 ਵੱਜ ਗਿਆ। 0.5 ਲਾ ਕੇ ਮੈਂ ਉਹਨੂੰ ਕੀ ਕਰਤਾ 4.5 ਬਣਾਤਾ। ਹੁਣ 4.5 ਨੂੰ ਜੇਕਰ ਮੈਂ ਰੌਂਗ ਫਿਗਰ ਦੇ ਵਿੱਚ ਲਿਖਣਾ ਹੈਗਾ ਤਾਂ ਇੱਥੇ ਮੇਰੇ ਕੋਲ ਕੀ ਆਊਗਾ 4 ਆਨਸਰ ਆਊਗਾ। ਜੇਕਰ ਵੈਲਿਊ ਇੱਥੇ ਮੈਂ x ਦੀ 9 ਲੈਣਾ, y ਦੀ ਵੈਲਿਊ 9 ਲੈਣਾ, x ਦੀ ਵੈਲਿਊ ਮੈਂ 2 ਲੈਣਾ ਹੈਗਾ। ਉਸ ਵਾਸਤੇ ਅਸੀਂ ਇਹਨੂੰ ਵਰਤੋਂ ਵਿੱਚ ਆਉਂਦੇ ਹਾਂ। ਹੋਰ ਦੱਸੋ ਕਿਸੇ ਦਾ ਕੋਈ ਡਾਊਟ ਹੋਵੇ ਤਾਂ।
ਬੱਚਿਓ ਕਿਸੇ ਦਾ ਕੋਈ ਵੀ ਡਾਊਟ ਹੋਵੇ ਤਾਂ ਮੈਂ ਜੇਕਰ ਤੁਸੀਂ ਨਹੀਂ ਕਰਦਾ ਤਾਂ ਪਰਸਨਲ ਮੈਂ ਨੰਬਰ ਵੀ ਦੇ ਰੱਖਿਆ ਹੈ, ਮੇਲ ਆਈਡੀ ਵੀ ਦੇ ਰੱਖਿਆ ਹੈਗਾ। ਜੇਕਰ ਤੁਹਾਨੂੰ ਵਿੱਚੋਂ ਹੀ ਕਈ ਵਾਰ ਪ੍ਰੋਗਰਾਮ ਜਾਂ ਰਾਈਟ ਕਰਦੇ ਜਾਂ ਕਦੇ ਕੋਈ ਮੁਸ਼ਕਲ ਆਉਂਦੀ ਹੈਗੀ ਆ ਤਾਂ ਤੁਸੀਂ ਮੈਨੂੰ ਪਰਸਨਲ WhatsApp ਨੰਬਰ ਹੀ ਹੈ ਮੇਰਾ, ਮੇਲ ਆਈਡੀ ਵੀ ਇਹੀ ਹੈਗੀ ਹੈ ਮੇਰੀ, ਤਾਂ ਇਸ ਤੇ ਤੁਸੀਂ ਮੈਸੇਜ ਭੇਜ ਕੇ ਜਾਂ ਗੱਲ ਕਰਕੇ ਇਹਦਾ ਡਾਊਟ ਵੀ ਕਲੀਅਰ ਕਰ ਸਕਦੇ ਹੈਗੇ ਹੋ ਆਪਦੇ ਵਿੱਚ, ਜੇਕਰ ਕੋਈ ਇਹਦੇ ਵਿੱਚੋਂ ਕੋਈ ਡਾਊਟ ਹੋਵੇ। ਵੈਸੇ ਤਾਂ ਜਿਹੜੇ ਆਪਰੇਟਰ ਹੁੰਦੇ ਹੈਗੇ ਆ ਬਹੁਤ ਹੀ ਆਸਾਨ ਸਾਨੂੰ ਕੰਮ ਹੁੰਦਾ ਹੈਗਾ। ਮੈਥ ਦੇ ਵਿੱਚ ਆਮ ਤੌਰ ਤੇ ਅਸੀਂ ਪਹਿਲਾਂ 10ਵੀਂ ਜਾਂ +2 ਜਿਨ੍ਹਾਂ ਬੱਚੇ ਨੇ ਕਰਕੇ ਆਏ ਹੁੰਦੇ ਆ ਉਹਨਾਂ ਨੇ ਇਹਨਾਂ ਦੀ ਸਾਰਿਆਂ ਦੀ ਵਰਤੋਂ ਕੀਤੀ ਹੁੰਦੀ ਹੈ, ਉਹਨਾਂ ਨੂੰ ਅਸੀਂ ਮੈਥ ਦੇ ਵਿੱਚ ਡਿਫਾਈਨ ਕਰਨਾ ਹੁੰਦਾ ਜਿਹੜਾ ਕੰਮ ਦੇ ਵਿੱਚ ਅਸੀਂ ਵਰਤਦੇ ਹੈਗੇ ਆ ਬੀਬੀ ਦੇ ਵਿੱਚ। ਹਾਂਜੀ ਸਰ, ਹੋਰ ਕਿਸੇ ਦਾ ਕੋਈ ਸਵਾਲ ਹੋਵੇ ਤਾਂ